ਸ੍ਰੀ ਵਾਹਿਗੁਰੂ ਜੀ। ਇੱਕ ਦੂ ਜੀਭਾ ਲੱਖ ਹੋਏ, ਲੱਖ ਹੋਏ ਲੱਖ 20। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਭ ਪ੍ਰਾਪਤ ਕਰੀਏ। ਚਲਦੀ ਹੋਈ ਲੜੀਵਾਰ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 32ਵੀਂ ਪੌੜੀ 31 ਪੌੜੀਆਂ ਪਿੱਛੇ ਹੋ ਚੁੱਕੀਆਂ ਨੇ, ਜਿਨ੍ਹਾਂ ਵਿੱਚ 4 ਪੌੜੀਆਂ ਵਿਸ਼ੇਸ਼ ਕਰਕੇ ਮੁੰਦਾ ਸੰਤੋਖ ਤੋਂ ਸ਼ੁਰੂ ਹੋ ਕਰਕੇ ਆਸਣ ਲੋਏ ਲੋਏ ਭੰਡਾਰ, ਇਹਨਾਂ ਦੇ ਯੋਗ ਮਤ ਦੇ ਸਾਧਨ, ਅੰਤਰੀ ਵਿਆਖਿਆ ਸਾਰੀ ਉਹ ਪਿੱਛੇ ਹੋ ਗਈ। ਹੁਣ ਸਿੱਧਾ ਨੇ ਕੁਝ ਸਧਾਰਨ ਜੇ ਤੇ ਕੁਝ ਗਹਿਰੇ ਪ੍ਰਸ਼ਨ ਕੀਤੇ ਕਿ ਮਹਾਰਾਜ ਤੁਸੀਂ ਇਹ ਦੇਖੋ ਵੀ ਜਿਸ ਪਰਮਾਤਮਾ ਦੀ ਤੁਸੀਂ ਇਹ ਵਡਿਆਈ ਕੀਤੀ ਹੈ, ਉਹਦਾ ਸਾਰਾ ਭੰਡਾਰ ਹੈ, ਉਹ ਸਾਰਿਆਂ ਥਾਵਾਂ ਤੇ ਹੈ, ਉਹਦਾ ਸਾਰੀ ਜਗ੍ਹਾ ਪ੍ਰਕਾਸ਼ ਹੈ। ਤੁਹਾਡਾ ਉਹ ਪਰਮੇਸ਼ਰ ਨਾਲ ਕਿੰਨਾ ਕੁ ਪ੍ਰੇਮ ਹੈ? ਇੱਕ ਤਾਂ ਇਹ ਦੱਸੋ, ਦੂਸਰਾ ਪਰਮਾਤਮਾ ਦੀ ਪ੍ਰਾਪਤੀ ਦੀਆਂ ਜਿਹੜੀਆਂ ਭੂਮਿਕਾਂ ਨੇ, ਪੌੜੀਆਂ, ਉਸ ਰਸਤੇ ਕਿਵੇਂ ਚੜ੍ਹੀਦਾ? ਗਿਆਨ ਦੀਆਂ ਭੂਮਿਕਾਂ ਜਿਹੜੀਆਂ ਸੁਵਿੱਛਾ ਜੋ ਸਰਵਣ ਰੂਪ ਹੈ, ਉਹਦੇ ਬਾਰੇ ਕਥਨ ਕਰੋ। ਗੁਰੂ ਸਾਹਿਬ ਨੇ ਫਿਰ ਉੱਤਰ ਦੇ ਵਿੱਚ 7 ਭੂਮਿਕਾ ਜਿਹੜੀਆਂ ਗਿਆਨ ਦੀਆਂ ਨੇ, ਉਹਨਾਂ ਦੁਆਰਾ ਸੰਪਤ ਉਪਾਸਨਾ ਕਥਨ ਕੀਤੀ ਹੈ। ਇਹਦੇ ਵਿੱਚ ਸੰਪਤ ਉਪਾਸਨਾ ਉਹ ਹੁੰਦੀ ਹੈ ਜਿਹੜੀ ਪਰਮੇਸ਼ਰ ਕੋਲੋਂ ਭਗਤੀ ਰੂਪ ਸੰਪਤੀ ਦੀ ਜਾਚਨਾ ਕੀਤੀ ਜਾਏ। ਜੋ ਭਗਤੀ ਦੀ ਬਹੁਲਤਾ ਭਗਤੀ ਦੇ ਸਾਧਨਾਂ ਦੁਆਰਾ ਹੀ ਮੰਗਣੀ ਹੈ, ਉਹਦਾ ਨਾਮ ਸੰਪਤ ਉਪਾਸਨਾ ਹੁੰਦਾ ਹੈ। ਇਹ ਹੋਵੇ ਵੀ ਸੰਪਤ ਉਪਾਸਨਾ ਕੀ ਹੈ, ਇਹ ਉਹਦਾ ਅਰਥ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਹ ਉਹਨਾਂ ਦੀ ਇਹ ਵਿਚਾਰ ਸਰਵਣ ਕਰਕੇ ਸੰਪਤ ਉਪਾਸਨਾ ਸੁਵਿੱਛਾ ਨਾਮ ਦੀ ਪਹਿਲੀ ਭੂਮਿਕਾ ਹੈ, ਉਹਦਾ ਕਥਨ ਕਰਦੇ ਨੇ। ਜਿਸ ਪ੍ਰਕਾਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਇੱਕ ਦੂ ਜੀਭਾ ਲੱਖ ਹੋਏ, ਲੱਖ ਹੋਏ ਲੱਖ 20। ਇੱਕ ਦੂ ਜਿਹੜਾ ਪਾਠ ਹੈ, ਇਹਦੇ ਅਰਥ ਨੂੰ ਇੱਕ ਤੋਂ ਬਾਅਦ ਦੋ ਦੀ ਗਿਣਤੀ ਨਹੀਂ ਹੈ ਇੱਥੇ। ਇੱਕ ਦੂ ਇੱਕ ਤੋਂ, ਐਸੀ ਭਾਵਨਾ ਸਾਡੇ ਅੰਦਰ ਸਿੱਧੋ ਸੰਪਤ ਉਪਾਸਨਾ ਵਿੱਚ ਐਸਾ ਹੀ ਹੈ ਕਿ ਮੇਰੀ ਇੱਕ ਜੀਵ ਤੋਂ ਲੱਖ ਜੀਵ ਹੋ ਜਾਵੇ। ਜੀਭੋ ਨਾ ਜ਼ੁਬਾਨ ਦਾ ਹੋਏ ਹੋ ਜਾਵੇ, ਫਿਰ ਉਸ ਤੋਂ ਵੀ ਲੱਖ 20 ਲੱਖ ਹੋਵੇ ਹੋ ਜਾਵੇ। ਸਰੀਰ ਦੇ 3.5 ਕਰੋੜ ਰੋਮ ਮੰਨਿਆ, ਤੇ ਕਿਤੇ ਇਹਨਾਂ ਦਾ 16 ਨੀਲ, ਇਹ ਵੀ ਗਿਣਤੀ ਆਉਂਦੀ ਹੈ। 2 ਤਰ੍ਹਾਂ ਦੀ ਪੱਤੀ ਹੈ। ਤੋ ਭਾਵ ਕੀ ਹੈ ਵੀ 3.5 ਕਰੋੜ ਜਾਂ 16 ਨੀਲ ਜਿੰਨੇ ਵੀ ਇਹ ਰੋਮ ਹਨ, ਇਹ ਸਾਰੀ ਜ਼ਬਾਨਾਂ ਬਣ ਜਾਣ। ਤੇ ਹਰ ਗੁਣ ਗਾਵੋ ਜਗਦੀਸ਼, ਏਕਾ ਜੀ ਕੀਚਾ ਲੱਖ 20। ਇਹ ਵਾਹਿਗੁਰੂ ਮੈਨੂੰ ਤਾਂ 20 ਲੱਖ ਇੱਕ ਤੋਂ ਵੀ। ਇਹ ਸੰਪਤ ਉਪਾਸਨਾ ਜਿਹੜੀ ਹੈ ਪ੍ਰਿਥੂ ਰਾਜਾ ਹੋਇਆ, ਇੱਕੋ ਨੇ ਕੀਤੀ ਸੀ। ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋਈ, ਕਹਿਣ ਲੱਗੇ ਵਰ ਮੰਗ। ਕਹਿੰਦਾ ਜੀ ਇੱਕ ਜੀਵ ਦੇ ਨਾਲ ਜਪ ਕੇ ਇੰਨਾ ਆਨੰਦ ਆਉਂਦਾ ਵੀ ਮੈਂ ਹੋਰ ਆਨੰਦ ਲੈਣਾ ਚਾਹੁੰਦਾ, ਮੈਨੂੰ 20,000 ਜ਼ਬਾਨ ਦੇ ਦਿਓ। ਪਰਮੇਸ਼ਰ ਕੀ ਨਹੀਂ ਕਰ ਸਕਦਾ ਭਾਈ? ਉਹਨੂੰ 20,000 ਜ਼ਬਾਨ ਬਖਸ਼ ਦਿੱਤੀ। ਉਹਨੂੰ ਮਹਿਸੂਸ ਹੋਣ ਲੱਗਿਆ ਵੀ 20,000 ਜ਼ਬਾਨ ਮੈਨੂੰ ਮਿਲ ਗਈ। ਫਿਰ ਹੋਰ ਬਹੁਤਾ ਆਨੰਦ ਆਉਣ ਲੱਗ ਗਿਆ। ਫਿਰ ਪਰਮੇਸ਼ਰ ਵਾਹਿਗੁਰੂ ਨੂੰ ਜਦੋਂ ਸਖਿਆਤਾ ਹੋਈ, ਕਹਿਣ ਲੱਗੇ ਹੁਣ, ਕਹਿੰਦਾ ਜੀ ਹੁਣ ਇੰਨੇ ਕੁ ਨਾਲ ਵੀ ਨਹੀਂ ਸਰਦਾ, ਮੇਰੀ ਤਾਂ ਲੱਖ ਜ਼ਬਾਨ ਦੇ ਦਿਓ ਮੈਨੂੰ। ਫਿਰ ਲੱਖ ਜ਼ਬਾਨ ਦਿੱਤੀ। ਕਹਿੰਦੇ ਹੁਣ, ਕਹਿੰਦਾ ਜੀ ਨਹੀਂ, ਮੈਨੂੰ ਤਾਂ ਕਰੋੜਾਂ ਜ਼ਬਾਨਾਂ ਦੇ ਦਿਓ, ਉਨਾ ਹੀ ਆਨੰਦ ਵਧੀ ਜਾਂਦਾ। ਇਹ ਸੰਪਤ ਉਪਾਸਨਾ ਹੈ। ਤੇ ਆਪਣੀ ਮਾਇਆਵੀ ਸ਼ਕਤੀ ਨਾਲ ਭਾਵੇਂ ਉਹਨੂੰ ਮਹਿਸੂਸ ਤਾਂ ਕਰਾ ਦਿੱਤਾ ਵੀ ਤੈਨੂੰ ਲੱਖਾਂ ਕਰੋੜਾਂ ਜ਼ਬਾਨਾਂ ਹੋ ਗਈਆਂ, ਉਹਦੇ ਜਿੰਨੇ ਰੋਮ ਸੀ ਉਹ ਖੋਲ ਤੇ ਵੀ ਲਿਆ, ਜ਼ਬਾਨਾਂ ਬਣ ਗਈਆਂ ਸਾਰੀਆਂ।
ਅਖੀਰ ਦੇ ਵਿੱਚ ਫਿਰ ਪਰਮਾਤਮਾ ਕਹਿਣ ਲੱਗੇ, ਪਿਰਥੂ ਰਾਜਾ, ਹੁਣ ਇਸ ਤੋਂ ਵੱਡਾ ਆਨੰਦ ਜੇ ਚਾਹੁੰਦਾ ਨਾ, ਹੋਰ ਜ਼ਬਾਨਾਂ ਦੁਆਰਾ ਨਾ ਲੈ। ਹੁਣ ਉਹ ਮੇਰੇ ਸਰੂਪ ਦੇ ਵਿੱਚ ਅਭੇਦ ਹੋ ਜਾ, ਬਸ ਉਹ ਆਨੰਦ ਸਰੂਪ ਹੀ ਹੈ। ਇਹ ਸੰਪਤ ਉਪਾਸਨਾ ਦੁਆਰਾ ਪਿਰਥੂ ਰਾਜਾ ਪਰਮੇਸ਼ਰ ਦਾ ਹੀ ਸਰੂਪ ਫਿਰ ਹੋ ਗਿਆ, ਅਭੇਦ ਹੋ ਗਿਆ ਸੀ। ਇਹ ਉਪਨਿਸ਼ਦਾਂ ਦੇ ਵਿੱਚ ਪ੍ਰਸੰਗ ਕਥਨ ਕੀਤੇ ਆ ਵੀ ਮਹਾਂਪੁਰਖਾਂ ਨੇ ਦੱਸਿਆ। ਰੋਮ ਰੋਮ ਦੇ ਵਿੱਚ ਉਹਦਾ ਰਸ ਰੂਪ ਤਾਂ ਬਣੀ ਰਹੇ। 20 ਲੱਖ ਹੋਣਾ ਇੱਕ ਵਾਰ ਨਾਮ ਜਪਣ ਦੇ ਨਾਲ, ਇੱਕੋ ਹੀ ਗੇੜੇ ਦੇ ਨਾਲ ਜੀਵ ਦੇ ਨਾਲ 20 ਲੱਖ ਤੁਲ ਹੋ ਜਾਣਾ। ਲੱਖਾਂ ਹਜ਼ਾਰਾਂ ਕਰੋੜਾਂ ਨਾਮ ਜਪਣ ਵਾਲੀ ਭਾਵਨਾ ਪ੍ਰਗਟਾਈ ਹੈ। ਇਹ ਸੰਪਤ ਉਪਾਸਨਾ ਹੈ ਕਿ ਐਸਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਸਿੱਧੋ ਸਾਡਾ ਇਹ ਪ੍ਰੇਮ ਹੈ ਵੀ ਸਾਨੂੰ ਇੱਕ ਜੀਵ ਦੇ ਨਾਲ ਕੀ ਸਾਡੇ ਕੋਲੋਂ ਲੱਖਾਂ ਕਰੋੜਾਂ ਜੀਵਾਂ ਹੋ ਜਾਣ। ਰੋਮ ਰੋਮ ਦੇ ਵਿੱਚੋਂ ਵੀ ਆਵਾਜ਼ ਆਵੇ, ਲੱਖ ਲੱਖ ਗੇੜਾ ਆਖਿਆ ਹੈ ਏਕ ਨਾਮ ਜਗਦੀਸ਼। ਇੰਨੀਆਂ ਜਵਾਨਾਂ ਨਾਲ ਲੱਖ ਲੱਖ ਗੇੜਾ, ਗੇੜਾ ਨਾਮ ਬਾਰੀ ਦਾ ਹੁੰਦਾ ਹੈ, ਤੇ ਉਸ ਵਿੱਚ ਜਗਦੀਸ਼ ਜਗਤ ਦਾ ਈਸ਼ਵਰ ਜਿਹੜਾ ਮਾਲਕ ਹੈ ਪਰਮੇਸ਼ਰ ਵਾਹਿਗੁਰੂ, ਉਹਦਾ ਨਾਮ ਆਖੀਏ, ਕਹੀਏ, ਜਪੀਏ। ਤੇ ਇਸ ਢੰਗ ਦੇ ਨਾਲ 2 ਖਰਬ ਜ਼ਮਾਨਾ, ਉਹਨਾਂ ਜ਼ਬਾਨਾਂ ਦੁਆਰਾ 20 ਪਦਮ ਜਾਪ ਹੋ ਗਿਆ ਕਿ ਇੰਨਾ ਪ੍ਰਭੂ ਦਾ ਜਾਪ ਕੀਤਾ ਜਾਵੇ। ਹੇ ਸਿੱਧੋ, ਇੰਨੀ ਪ੍ਰੀਤੀ ਪ੍ਰਭੂ ਦੇ ਨਾਲ ਹੋਣੀ ਚਾਹੀਦੀ ਹੈ ਜੈਸਾ ਕਿ ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਧਿਆਵੈ ਗੋ। ਇਹ ਭਾਵਨਾ ਗੁਰਬਾਣੀ ਦੇ ਵਿੱਚ ਹੋਰ ਥਾਂ ਵੀ ਪ੍ਰਗਟ ਕੀਤੀ ਹੈ। ਸੋ ਇਸ ਪ੍ਰਕਾਰ ਦੱਸਦੇ ਨੇ, ਹੇ ਸਿੱਧੋ, ਏਤ ਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ। ਹੇ ਸਿੱਧੋ, ਤਾਂ ਫਿਰ ਉਸ ਪਤ ਨਾਮ ਪਤੀ ਦਾ ਹੈ। ਤਾਂ ਤੈਨੂੰ ਸਿਹਾਰੀ ਲੱਗੀ ਹੈ, ਇਹ ਪਤੀ ਦਾ ਵਾਚਕ ਸ਼ਬਦ ਬਣ ਜਾਏਗਾ ਅਰਥ ਦੇ ਵਿੱਚ। ਪੜ੍ਹਨਾ ਪਤੀ ਹੈ ਪਰ ਪਤੀ ਦਾ ਵਾਚਕ ਹੈ। ਉਸ ਪਤੀ ਪਰਮਾਤਮਾ ਦੇ ਲਈ ਜੋ ਭੂਮਿਕਾ ਰੂਪ ਪਵੜੀਆਂ ਕੀ ਹੈ, ਪੌੜੀਆਂ ਨਾ, ਉਹਨਾਂ ਪਰ ਏਤ ਰਾਹੇ, ਇਸੇ ਰਸਤੇ, ਇਸ ਰਸਤੇ ਦੁਆਰਾ ਨਾਮ ਸਿਮਰਨ ਦੁਆਰਾ ਹੀ ਚੜੀਏ ਚੜੀਦਾ। ਇਸ ਤਰ੍ਹਾਂ ਅਕੀਸ ਇੱਕ ਈਸ਼ਵਰ ਦਾ ਸਰੂਪ ਹੋ ਜਾਈਦਾ। ਜਿੰਨੇ ਵੀ ਵੇਦ ਸ਼ਾਸਤਰ, ਹੋਰ ਧਰਮ ਗ੍ਰੰਥ, ਰਿਸ਼ੀ ਮੁਨੀ ਜਿੰਨੇ ਵੀ ਹੈ ਪ੍ਰਭੂ ਦੀ ਪ੍ਰਾਪਤੀ ਦੇ ਰਸਤੇ ਦੱਸੇ ਨੇ ਸਾਰਿਆਂ ਨੇ, ਉਹਨਾਂ ਨਾਲੋਂ ਏਤ ਰਾਹੇ, ਆਹ ਜਿਹੜਾ ਰਸਤਾ ਹੈ, ਭਾਵ ਕਿ ਜ਼ੁਬਾਨ ਦੇ ਨਾਲ ਸਿਮਰਨ ਅਭਿਆਸ ਦੁਆਰਾ 21 ਇੱਕ ਈਸ਼ਵਰ ਪਤੀ ਪਰਮੇਸ਼ਰ ਦਾ ਸਰੂਪ ਹੋ ਜਾਈਦਾ। ਇਹੀ ਰਸਤਾ ਸ੍ਰੇਸ਼ਟ ਹੈ ਜੋ ਇਸ ਬ੍ਰਹਮ ਗਿਆਨ ਸ਼ੁਭ ਸਾਧਨਾ ਰੂਪੀ ਰਸਤਿਆਂ ਦਾ ਪਤੀ ਹੈ, ਜਿਸ ਦੀ ਪ੍ਰਾਪਤੀ ਲਈ ਭੂਮਿਕਾ ਰੂਪ ਪੌੜੀਆਂ ਚੜੀਏ ਚੜੀਦਾ। 21 ਇੱਕ ਈਸ਼ਵਰ ਨਾਲ ਅਭੇਦ ਹੋਏ ਹੋ ਜਾਈਦਾ। ਏਤ ਇਸ ਰਸਤੇ ਦੀਆਂ ਪਤ ਪ੍ਰਤਿਸ਼ਠਾ ਰੂਪੀ ਪੌੜੀਆਂ ਚੜ੍ਹ ਕੇ, ਧਰਮ ਰੂਪੀ ਪੌੜੀ ਚੜ੍ਹ ਕੇ 21 ਇੱਕ ਈਸ਼ਵਰ ਦਾ ਸਰੂਪ ਹੋ ਜਾਈਦਾ। ਜਿਸ ਤਰ੍ਹਾਂ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵੜ ਭਾਗੀ ਪਾਏ, ਗੁਰਸਿੱਖ ਸੰਧ ਮਿਲੇ 20 21 ਈਸ ਇਤ ਤੇ ਉਲੰਘ ਉਤ ਜਾਏ ਠਹਿਰਾਵੀ, ਭਾਈ ਗੁਰਦਾਸ ਸਾਹਿਬ ਨੇ ਕਥਨ ਕੀਤਾ। ਸੋ ਇਸ ਪ੍ਰਕਾਰ ਗਿਆਨ ਦੀਆਂ ਭੂਮਿਕਾ ਰੂਪ ਪੌੜੀਆਂ ਚੜ੍ਹ ਕੇ ਉਸ ਤੁਰੀਆ ਪਦ ਦੀ ਪ੍ਰਾਪਤੀ, ਜਿੱਥੇ ਉਸ ਪ੍ਰਭੂ ਦੀ ਅਭੇਦਤਾ ਹੋ ਜਾਂਦੀ ਹੈ। 21 21 ਦਾ ਨਾਮ ਵੀ ਹੈ। 5 ਗਿਆਨ ਇੰਦਰੀ ਹੋ ਗਏ, 5 ਕਰਮ ਇੰਦਰੀ ਹੋ ਗਏ, 5 ਕਾਮ ਆਦਿਕ ਵਿਕਾਰ ਹੋ ਗਏ, 5 ਸ਼ਬਦ ਸਪਰਸ ਰੂਪ ਰਸ ਗੰਧ ਇਹ ਹੋ ਗਏ, ਇਹ 20 ਹੋ ਗਏ। 21 21ਵਾਂ ਮਨ। ਇਹਨਾਂ ਨੂੰ ਜੇ ਕਰਕੇ ਰੋਕ ਲਈਏ ਤਾਂ ਤੁਰਿਆ ਪਦ ਰੂਪੀ ਭੂਮਿਕਾ ਰੂਪ ਪੌੜੀ ਦੇ ਉੱਤੇ ਚੜ੍ਹਨਾ ਹੋਈਦਾ। ਵਿਦਾਂਤ ਗ੍ਰੰਥਾਂ ਦੇ ਅੰਦਰ ਗਿਆਨ ਦੀਆਂ 7 ਭੂਮਿਕਾ ਕਥਨ ਕੀਤੀਆਂ। ਉਹਨਾਂ 7 ਭੂਮਿਕਾ ਦਾ ਗੁਰਬਾਣੀ ਦੇ ਵਿੱਚ, ਸੰਸਕ੍ਰਿਤ ਦੇ ਗ੍ਰੰਥਾਂ 'ਚ, ਵਿਦਾਂਤ ਦੇ ਵਿੱਚ ਤਾਂ 7 ਭੂਮਿਕਾ ਹੈ, ਪਰ ਉਹਨਾਂ ਦਾ ਇਸ਼ਾਰਾ ਗੁਰਬਾਣੀ ਦੇ ਵਿੱਚ ਵੀ ਮਿਲਦਾ ਆਪਾਂ ਨੂੰ ਕਿਹੜੀ ਕਿਹੜੀ ਭੂਮਿਕਾ ਹੈ। ਜਿਵੇਂ ਕਿ ਸਭ ਤੋਂ ਪਹਿਲੀ ਭੂਮਿਕਾ ਗਿਆਨ ਦੀ ਜਿਹੜੀ ਹੈ, ਕਈ ਵਾਰੀ ਬੰਦਾ ਰਸਤੇ ਦਾ ਗਿਆਨ ਨਾ ਹੋਵੇ, ਠੀਕ ਵੀ ਤੁਰਿਆ ਜਾਂਦਾ ਹੋਵੇ ਤਾਂ ਵੀ ਉਹਨੂੰ ਭਰਮ ਹੋ ਜਾਂਦਾ, ਮੈਂ ਠੀਕ ਤੁਰਿਆ ਜਾਂਦਾ ਕਿ ਜਾਂ ਮੈਂ ਗਲਤ ਹਾਂ। ਇਸ ਤਰ੍ਹਾਂ ਜਿਹੜੀਆਂ ਭੂਮਿਕਾ ਦਾ ਜੇ ਗਿਆਨ ਨਾ ਹੋਵੇ,
ਸਿਮਰਨ ਵਾਲੇ ਨੂੰ ਭੂਮਿਕਾ ਪ੍ਰਾਪਤ ਹੋ ਜਾਂਦੀ ਹੈ, ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਭੂਮਿਕਾ ਹੈ। ਜਦੋਂ ਰਸਤੇ ਦਾ ਨਾ ਪਤਾ ਹੋਵੇ ਵੀ ਠੀਕ ਜਾਣਾ ਮੈਂ ਗੱਲ, ਤਾਂ ਕਈ ਵਾਰੀ ਮੂਹਰੇ ਨੂੰ ਜਾਂਦਾ ਪਿੱਛੇ ਨੂੰ ਵੀ ਮੁੜ ਸਕਦਾ, ਫਿਰ ਜਾਂ ਸੱਜੇ ਖੱਬੇ ਨੂੰ ਮੁੜ ਜੂ। ਇਸ ਕਰਕੇ ਇਹਨਾਂ ਦਾ ਜਾਣਨਾ ਜ਼ਰੂਰੀ ਹੈ, ਕਿਉਂਕਿ ਜਪਜੀ ਸਾਹਿਬ ਵਿੱਚ ਇੱਥੇ ਤੋਂ ਮਹਾਰਾਜ ਨੇ 7 ਭੂਮਿਕਾ ਦਾ ਇਸ਼ਾਰਾ ਦਿੱਤਾ ਹੈ। ਪਹਿਲੀ ਭੂਮਿਕਾ ਕੀ ਹੈ? ਉਹਦਾ ਨਾਮ ਹੈ ਸੁਭ ਇੱਛਾ। ਸੁਭ ਇੱਛਾ ਜਿਹੜੀ ਹੈ, ਪਰਮਾਤਮਾ ਦੀ ਪ੍ਰਾਪਤੀ ਦੇ ਮਨ ਦੇ ਵਿੱਚ ਇੱਛਾ ਪੈਦਾ ਹੋ ਜਾਣੀ ਵੀ ਮੈਂ ਪਰਮਾਤਮਾ ਨੂੰ ਮਿਲਾਂ। 84 'ਚ ਧੱਕੇ ਖਾਂਦਾ ਮਸਾਂ ਮਨੁੱਖਾ ਸਰੀਰ ਵਿੱਚ ਆਇਆ। ਭਜਨ ਸਿਮਰਨ ਕਰਨ ਦੀ, ਸਤ ਸੰਗਤ ਕਰਨ ਦੀ, ਕਥਾ ਕੀਰਤਨ ਸੁਣਨ ਦੀ ਜਿਹੜੀ ਇੱਛਾ ਪੈਦਾ ਹੋ ਗਈ ਵੀ ਮੈਂ ਕਥਾ ਸੁਣਾ, ਪਰਮਾਤਮਾ ਦਾ ਜਸ ਸੁਣਾ, ਇਹ ਗੁਰਬਾਣੀ ਦੇ ਵਿੱਚ ਇਹਨੂੰ ਭੂਮਿਕਾ, ਵਿਦਾਂਤ ਵਿੱਚ ਇਹਨੂੰ ਪਹਿਲੀ ਭੂਮਿਕਾ ਕਹਿੰਦੇ ਨੇ, ਸੁਭ ਇੱਛਾ। ਹੁਣ ਇਸ ਭੂਮਿਕਾ ਦੇ ਵਿੱਚੋਂ, ਗਿਆਨ ਦੀ ਪਹਿਲੀ ਭੂਮਿਕਾ ਦੇ ਵਿੱਚੋਂ ਜਿੰਨੇ ਵੀ ਸੁਣਨ ਵਾਲੇ ਹੋ, ਇਹ ਭੂਮਿਕਾ ਹੈ। ਰਵਿਦਾਸ ਜੀ ਨੇ ਇਸ ਭੂਮਿਕਾ ਦਾ ਜ਼ਿਕਰ ਕੀਤਾ ਹੈ। ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ। ਇਹ ਸੁਭ ਇੱਛਾ ਨਾਮ ਦੀ ਪਹਿਲੀ ਭੂਮਿਕਾ ਹੈ। ਵਿਚਾਰਮਾਲਾ ਵਿੱਚ ਇਹਦਾ ਰੂਪ ਦਿੱਤਾ ਹੈ। ਵੇਖਿਆ ਵੇਖੇ ਭਈ ਦਵੈਗਤਾ ਗੁਰ ਤੀਰਥ ਅਨੁਰਾਗ, ਤਾਂ ਤੇ ਸੁਭ ਇੱਛਾ ਕਹੀ ਕਥਾ ਸਰਵਣ ਮਨ ਲਾਗ। ਕਥਾ ਸੁਣਨ ਦੇ ਵਿੱਚ ਮਨ ਲੱਗਣ ਲੱਗ ਜਾਏ। ਜਿਹਦਾ ਕਥਾ ਦੇ ਵਿੱਚ ਮਨ ਲੱਗਣ ਲੱਗ ਗਿਆ, ਇਹ ਸਮਝ ਲਓ ਵੀ ਗਿਆਨ ਦੀ ਪਹਿਲੀ ਭੂਮਿਕਾ ਪ੍ਰਾਪਤ ਹੋ ਗਈ ਉਸ ਨੂੰ। ਤਾਂ ਤੇ ਸੁਭ ਇੱਛਾ ਕਹੀ ਕਥਾ ਸਰਵਣ, ਇਹਨੂੰ ਸੁਭ ਇੱਛਾ ਕਿਹਾ ਜੇ ਕਥਾ ਦੇ ਵਿੱਚ ਮਨ ਲੱਗ ਜਾਵੇ। ਤੇ ਦੂਸਰਾ ਪ੍ਰਮਾਣ ਦਿੱਤਾ ਹੈ ਭਗਵਤ ਰਤਗਤ ਆਨ ਮਤ। ਭਗਵਤ ਰਤਗਤ ਆਨ ਮਤ ਪ੍ਰੇਮ ਜੋ ਗਤ ਨਿਤ ਚਿਤ, ਗੁਣ ਗਾਵਤ ਪੁਲਕਤ ਹਿਰਦੇ ਦਿਨ ਦਿਨ ਸਰਸ ਸੁਹਿਤ। ਇਹ ਹੈ ਸੁਭ ਇੱਛਾ ਰੂਪ ਭੂਮਿਕਾ। ਦੂਸਰੀ ਸੁਭ ਵਿਚਾਰਨਾ, ਸਤ ਅਸਤ ਦਾ ਨਿਰਣਾ, ਸਤ ਅਸਤ ਦੀ ਸ੍ਰੇਸ਼ਟ ਵਿਚਾਰ ਪ੍ਰਾਪਤ ਹੋਣੀ। ਉਹ ਕੀ ਹੈ? ਮੈਂ ਕੀ ਹਾਂ, ਬ੍ਰਹਮ ਕੀ ਹੈ, ਸੰਸਾਰ ਕੀ ਹੈ, ਮੈਂ ਕਿੰਨਾ ਕੁ ਚਿਰ ਸੰਸਾਰ ਵਿੱਚ ਹਾਂ, ਇੱਕ ਦਿਨ ਮੌਤ ਨੇ ਲੈ ਜਾਣਾ ਹੈ। ਤੇ ਫਿਰ ਇਸ ਤਰ੍ਹਾਂ ਦੀ ਵਿਚਾਰ ਇੱਕੋ ਹੀ ਬ੍ਰਹਮ ਵਿੱਚ ਨਿਸ਼ਚਾ ਕਰ ਲੈਣਾ ਕਿ ਵੀ ਰੱਬ ਸਦਾ ਹੈ, ਮੈਂ ਉਹਦੇ ਨਾਲ ਜੁੜ ਜਾ। ਗੁਰਬਾਣੀ 'ਚ ਇਸ ਭੂਮਿਕਾ ਨੂੰ, ਸੁਵਿਚਾਰ ਨੂੰ ਕਿਹਾ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਈਗੇ ਨਿਰਗੁਣ ਉਗੇ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਇਹ ਸੁਵਿਚਾਰਨ, ਇਹਨੂੰ ਵਿਚਾਰ ਮਾਲਾ ਦੇ ਵਿੱਚ ਕਿਹਾ। ਦੂਜੀ ਕਹੀ ਵਿਚਾਰ ਨਾ ਉਪਜੈ ਤਤ ਵਿਚਾਰ, ਏਕਾਂਤ ਹੋਏ ਸੋਧਨ ਲੱਗਿਓ ਕੋਹੰ ਕੋ ਸੰਸਾਰ। ਤੀਸਰੀ ਦਾ ਨਾਮ ਹੈ ਤਨੂ ਮਾਨਸਾ। ਤਨੂ ਦਾ ਅਰਥ ਹੈ ਮਨ, ਤੇ ਮਾਨਸਾ ਦਾ ਅਰਥ ਹੈ ਵਾਸ਼ਨਾਵਾਂ, ਮਨ ਦੀਆਂ ਵਾਸ਼ਨਾਵਾਂ। ਤੇ ਇਹਨੂੰ ਰੋਕਣ ਦਾ ਯਤਨ ਕਰਨ ਤੇ ਰੋਕਣ ਲੱਗ ਜਾਣ। ਗੁਰਬਾਣੀ ਦੇ ਵਿੱਚ ਇਹਦਾ ਰੂਪ ਹੈ ਕਾਮ ਕ੍ਰੋਧ ਮਿਟੇ ਤਿਸ ਲੋਭਾ। ਤੇ ਤਨੂ ਮਾਨਸੋ ਤੋਂ ਤੀਸਰੀ ਮਨ ਤੋਂ ਪ੍ਰਤ ਆਹਾਰ, ਥਿਤ ਹੋਏ ਸੁਧ ਸਰੂਪ ਕੀ ਰਾਖੈ ਨਿਤ ਸੰਭਾਰ। ਚੌਥੀ ਹੈ ਸਤੂਆ ਪਾਦੇ। ਇਹ ਭੂਮਿਕਾ ਨੇ ਗਿਆਨ ਦੀਆਂ। ਸਤ ਸਰੂਪ ਦੇ ਯਥਾਰਥ ਗਿਆਨ ਦੀ ਪ੍ਰਾਪਤੀ ਹੋ ਜਾਣੀ, ਸਾਰ ਅਸਾਰ ਆਤਮਾ ਰੂਪ ਪ੍ਰਤੀਤ ਹੋਣ ਲੱਗ ਜਾਣਾ। ਜਿਵੇਂ ਸੁੱਤਾ ਹੋਇਆ ਪੁਰਸ਼ ਹੈ ਜਿਹੜਾ ਜਦੋਂ ਜਾਗਦਾ ਹੈ, ਜਾਗਰਤ ਅਵਸਥਾ ਵਿੱਚ ਸਾਰਾ ਗਿਆਨ ਹੋ ਜਾਂਦਾ ਹੈ, 42 ਭਾਵ ਸਫੁਰਨ ਹੋਣ ਲੱਗ ਜਾਂਦੇ ਨੇ। 42 ਭਾਵ ਸਫੁਰਨ ਦੀ ਜਪਜੀ ਸਾਹਿਬ ਦੇ ਮੁੱਢ ਵਿੱਚ ਤੁਸੀਂ ਕਥਾ ਸੁਣ ਚੁੱਕੇ ਹੋ, ਬਾਰ-ਬਾਰ ਕਹਿਣ ਦੀ ਜ਼ਿਆਦਾ ਲੋੜ ਨਹੀਂ, ਤੇ ਉੱਥੋਂ ਵਿਚਾਰੀ ਜਾ ਸਕਦੀ ਹੈ। 42 ਭਾਵ ਸਫੁਰਨ ਹੋਣ ਲੱਗ ਜਾਂਦੇ ਨੇ ਜਾਗਰਤ ਅਵਸਥਾ ਵਿੱਚ। ਸਤ ਸਰੂਪ ਦੇ ਗਿਆਨ ਦੀ ਆਪਤ ਪ੍ਰਾਪਤੀ ਹੋ ਜਾਣੀ, ਇਹਨੂੰ ਸਤੂਆ ਪਾਦ ਕਹਿੰਦੇ ਨੇ। ਗੁਰਬਾਣੀ 'ਚ ਇਹਦਾ ਰੂਪ ਕੀ ਹੈ? ਜਲ ਤਰੰਗ ਅਰ ਫੇਨ ਬੁੱਧਵਦਾ, ਜਲ ਤੇ ਭਿੰਨ ਨਾ ਹੋਏ। ਤੇ ਸੰਸਕ੍ਰਿਤ ਦੇ ਗ੍ਰੰਥਾਂ 'ਚ ਕਿਹਾ ਚਤੁਰਥ ਸਵਤਪਤ ਜਿਹ ਅਨੁਭਵ ਉਹਦੇ ਅਭੰਗ, ਆਤਮ ਜਗ ਦਰਸਿਓ ਭਲੇ ਜੋ ਮਦ ਸਿੰਧ ਤਰੰਗ। ਵਿਚਾਰ ਮਾਲਾ 'ਚ ਇਹ ਕਿਹਾ। ਅਸੰਗ ਸਖਤ, ਅਸੰਗ ਨਾਮ ਹੈ ਹੰਕਾਰ ਦਾ, ਸਖਤ ਨਾਮ ਹੈ ਮੋਹ ਦਾ। ਹੰਕਾਰ ਤੇ ਮੋਹ ਦੀ ਨਿਵਰਤੀ ਹੋ ਜਾਣੀ। ਗੁਰਬਾਣੀ ਅਨੁਸਾਰ ਇਸ ਅਵਸਥਾ ਨੂੰ ਦੇਖੀਏ, ਅਸੰਗ ਸੰਗਤ ਨੂੰ, ਮਾਨ ਮੋਹ ਦੋਨੋਂ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ। ਛੁਟਿਓ ਤਨ ਅਭਮਾਨ ਜਬ
ਨਿਸ਼ਚੈ ਕੀਓ ਸਰੂਪ, ਅਸੰਗ ਸਖਤ ਜੈ ਭੂਮ ਭਾ, ਪੰਚਮ ਮਹਾ ਅਨੂਪ। ਉਪਮਾ ਤੋਂ ਰਹਿਤ ਇਹ ਕਹਿੰਦੇ ਪੰਜਵੀਂ ਇਹ ਹੈ। ਵਿਸ਼ਿਸ਼ਟ ਜੀ ਨੇ ਇਸ ਦਾ ਨਾਮ ਬ੍ਰਹਮ ਬ੍ਰਿਸ਼ਟ ਲਿਖਿਆ ਹੈ। ਉਹ ਨਾਮ ਦਾ ਹੀ ਫਰਕ ਹੈ, ਕੋਈ ਚੀਜ਼। ਅਸੰਗ ਸੰਗਤ ਨੂੰ ਬ੍ਰਹਮ ਬ੍ਰਿਸ਼ਟ ਲਿਖਿਆ ਹੈ ਮਹਾਮੁਨੀ ਵਿਸ਼ਿਸ਼ਟ ਜੀ ਨੇ। ਪਦਾਰਥ ਭਾਵਨੀ ਸੁਖੋਪਤ ਅਵਸਥਾ ਦੀ ਨਿਆਈ, ਸਾਰੇ ਪਦਾਰਥਾਂ ਦਾ ਅਭਾਵ ਮਨ ਦੇ ਵਿੱਚੋਂ ਹੋ ਜਾਣਾ। ਗੁਰਬਾਣੀ ਅਨੁਸਾਰ ਇਹਦਾ ਸਰੂਪ ਦੇਖੀਏ, ਅੰਤਰ ਸੁਨੰ ਬਾਹਰ ਸੁਨੰ, ਤ੍ਰੈ ਪਵਨ ਸੁਨਨ ਸੁਨੰ, ਚੌਥੇ ਸੁਨੇ ਜੋ ਨਰ ਜਾਣੇ, ਤਾ ਕੋ ਪਾਪ ਨ ਪੁੰਨ। ਤੋ ਇਸ ਕਰਕੇ ਕਹੇ ਪਦਾਰਥ ਵਿਵਿਧ ਲੋ, ਸਭ ਕੋ ਹੋਏ ਅਭਾਵ, ਜੈ ਪਦਾਰਥ ਅਭਾਵ ਨਹੀਂ, ਖਸਤੀ ਭੂਮ ਬੇਖਾਵ। ਇਹ ਵਿਚਾਰ ਮਾਲਾ ਚ ਲਿਖਿਆ। ਵਸ਼ਿਸ਼ਟ ਜੀ ਨੇ ਇਹਦਾ ਨਾਮ ਪਦਾਰਥ ਭਾਵਨੀ ਦਾ ਲਿਖਿਆ ਬ੍ਰਹਮ ਬ੍ਰਿਸ਼ਟ ਵਰ। ਉਹ ਬੋਲੀ ਦਾ ਥੋੜਾ ਜਿਹਾ ਫਰਕ ਹੈ। ਇਸ ਤੋਂ ਅੱਗੇ ਆ ਗਈ ਤੁਰੀਆ, ਇਹ ਸੱਤਵੀਂ ਭੂਮਿਕਾ। ਕਹਿੰਦੇ ਫਲਾਣਾ ਵੀ ਸਾਡੇ ਤਾਂ ਸੰਤ ਸੱਤਵੀਂ ਭੂਮਿਕਾ ਜਨ ਜੀ, ਉਹ ਚੌਥੀ ਭੂਮਿਕਾ ਜਨ। ਪਰ ਗਿਆਨ ਹੋਣਾ ਚਾਹੀਦਾ ਹੈ ਸਰੋਤਿਆਂ ਨੂੰ, ਤੇ ਇਸ ਕਰਕੇ ਕਥਾ ਹੁੰਦੀ ਹੈ ਕਿ ਪਦ ਖੁੱਲਦੇ ਜਾਣ। ਤੁਰੀਆ ਅਵਸਥਾ ਜਾਗਰਤ ਸੁਪਨ ਸੁਕੋਪਤੀ, ਤਿੰਨਾਂ ਅਵਸਥਾ ਦਾ ਅਭਾਵ ਹੋ ਜਾਣਾ। ਜਿੱਥੇ ਭਾਵ ਅਭਾਵ ਕੁਝ ਵੀ ਪ੍ਰਤੀਤ ਨਾ ਹੋਵੇ, ਗੁਰਬਾਣੀ ਚ ਉਹਨੂੰ ਕੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਤੇ ਇਸ ਨੂੰ ਵਿਚਾਰਮਾਲਾ ਚ ਕਿਹਾ ਭਾਵ ਅਭਾਵ ਨਾ ਤਹਾਂ ਕੁਛ, ਸਭ ਤੁ ਤੁਰੀਆ ਮਾਹੇ, ਮੈਂ ਤੂੰ ਤਹਾਂ ਨਾ ਸੰਭਵੈ, ਕਹਾਂ ਆਹੇ ਕਹਿ ਨਾ ਹੈ। ਕੇਵਲ ਤੁਰੀਆ ਤਤ ਸਰੂਪ ਸਾਖੀ ਸਰੂਪ ਹੀ ਰਹਿ ਜਾਂਦਾ ਹੈ। ਜਿਹੜੀਆਂ ਉਹਦੇ ਮਨ ਦੀਆਂ ਵਾਸ਼ਨਾ ਵਰੂ ਸਾਖਾ ਸੀ, ਅਭਾਵ ਸੀ, ਬਿਰਸੀ ਜਿਹੜੀ ਆਦ ਸੁਭਾਵ, ਸਾਰੀਆਂ ਸਿਮਰਤੀਆਂ ਭੁੱਲ ਜਾਣੀਆਂ। ਜਾਗਰਤ ਸੁਪਨ ਸੁਕੋਪਤ ਤੇ ਪਰੇ ਜੋ ਤਿੰਨਾਂ ਅਵਸਥਾ ਦਾ ਸਾਖੀ ਹੈ, ਇਹ ਤੁਰੀਆ ਪਦ ਹੈ। ਬਾਹਰ ਭੀਤਰ ਏਕੋ ਜਾਨੋ, ਇਹਦਾ ਸਰੂਪ ਦੇਖੀਏ ਗੁਰਬਾਣੀ ਚ। ਬਾਹਰ ਭੀਤਰ ਏਕੋ ਜਾਨੋ, ਇਹ ਗੁਰੂ ਗਿਆਨ ਬਤਾਈ। ਜਾਂ ਫਿਰ ਇਹ ਕੋ ਕਹੀ ਨਾ ਉਪਜੈ, ਉਪਜੀ ਜਾਣੈ ਭਾਵ ਅਭਾਵ ਵੀ ਹੋਣਾ। ਉਹਦੇ ਅਸਤ ਕੀ ਮਨ ਬੁੱਧ ਨਾਸੀ, ਤੋ ਸਦਾ ਸਹਿਜ ਲਿਵ ਲੀਨਾ। ਤੇ ਜਿਸ ਤਰ੍ਹਾਂ ਇਹ ਗਿਆਨ ਦੀਆਂ ਸੱਤ ਭੂਮਿਕਾ ਨੇ, ਅਗਿਆਨ ਦੀਆਂ ਵੀ ਸੱਤ ਭੂਮਿਕਾ, ਅਗਿਆਨ ਦੀਆਂ ਆਪਣੀਆਂ ਭੂਮਿਕਾ। ਤੇ ਉਹ ਫਿਰ ਗੱਲ ਚਲੋ ਜ਼ਿਆਦਾ ਵੱਧਦੀ ਹੈ। ਉਹਦੇ ਨਾਮ ਬੀਰ ਜਾਗਰਤ, ਸੁਖੋਪਤ ਜਾਗਰਤ, ਸੁਪਨ ਜਾਗਰਤ, ਜਾਗਰਤ, ਅਵਰਨ, ਵਖੇਬ ਤੇ ਅਵਿਦਿਆ, ਇਹ ਇਹਨਾਂ ਦੇ ਨਾਂ ਹੈ। ਫਿਰ ਸਿੱਧਾ ਨੇ ਕਿਹਾ ਤਪਾ ਜੀ, ਇਹਦੇ ਹੋਰ ਢੰਗ ਨਾਲ ਵੀ ਲਿਖੇ ਹੋਏ ਨੇ ਗ੍ਰੰਥਾਂ 'ਚ, ਵੱਖਰੇ ਵੱਖਰੇ ਵਿਚਾਰ ਮਿਲਦੇ। ਇੰਨਾ ਸਿਮਰਨ ਕਰਨਾ ਚਾਹੀਦਾ ਹੈ, ਇਸੇ ਤਰ੍ਹਾਂ ਦਾ ਚਾਅ ਹੋਵੇ। ਪਰ ਮਹਾਰਾਜ ਕਈ ਤਾਂ ਸੁਣਾ ਕੇ ਕਹਿੰਦੇ ਨੇ ਵੀ ਅਹੰ ਬ੍ਰਹਮਸਮੀ, ਸਾਨੂੰ ਬ੍ਰਹਮ ਗਿਆਨ ਹੋ ਗਿਆ। ਤੇ ਉਹਨਾਂ ਬਾਰੇ ਕੀ ਖਿਆਲ ਆਪ ਜੀ ਦਾ, ਜਿਹੜੇ ਉਸ ਤਰ੍ਹਾਂ ਹੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਮੰਨ ਬੈਠਦੇ ਨੇ? ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਵਾਸਤੇ ਤਾਂ ਫਿਰ ਇਹ ਵਿਚਾਰ ਹੈ, ਸੁਣ ਗੱਲਾਂ ਆਕਾਸ਼ ਕੇ ਗੀਟਾ ਆਈ ਰੀਸ। ਬੜਾ ਸੁੰਦਰ ਪ੍ਰਮਾਣ ਦਿੱਤਾ ਗੁਰੂ ਨਾਨਕ ਸਾਹਿਬ ਨੇ ਸਿੱਧਾ। ਕਹਿੰਦੇ ਸਿੱਧੋ, ਇਹਦੇ ਚ ਬਾਹਰ ਦਾ ਦ੍ਰਿਸ਼ਟਾਂਤ ਪਹਿਲਾਂ ਸਮਝ ਲਓ। ਜਿਵੇਂ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਤਾਂ ਬਹੁਤ ਨੇ, ਪਰ ਉਹਨਾਂ ਪੰਛੀਆਂ ਦੇ ਵਿੱਚ ਕੁਝ ਵਿਸ਼ੇਸ਼ ਪੰਛੀ, ਜਿਵੇਂ ਗਰੜ ਹੈ, ਭਗਵਾਨ ਵਿਸ਼ਨੂੰ ਜੀ ਦੀ ਸਵਾਰੀ ਕਰਦੇ, ਤੇ ਗਰੜ ਜਿਹੜਾ ਬਹੁਤ ਤੇਜ਼ ਰਫ਼ਤਾਰ ਦੇ ਨਾਲ ਦੌੜਦਾ। ਤੇ ਹੰਸ ਹੈ ਸਾਰੇ ਪੰਛੀਆਂ ਦਾ ਰਾਜਾ। ਪੰਛੀਆਂ में हंस ਇਹ ਰਾਜਾ ਹੀ ਹੈ। ਹੰਸ ਵਰਗੇ ਮਹਾਨ ਪੰਛੀ, ਇਹ ਪਰੰਪਰਾ ਅਨੁਸਾਰ ਐਸਾ ਵੀ ਹੰਸ ਦੀ ਉਡਾਰੀ 400 ਕੋਹ ਦੀ ਹੈ। 400 ਕੋਹ ਦੇ ਵਿੱਚ ਉਹਨੂੰ ਸਾਰ ਹੀ ਲੈਣਾ ਪੈਂਦਾ, ਇੱਕ ਰਸ ਉੱਡਿਆ ਚਲਾ ਜਾਊਗਾ। ਇਹਦੀ ਵੱਡੀ ਉਡਾਰੀ ਹੈ, ਸਭ ਤੋਂ ਵੱਧ ਉੱਡਦਾ ਹੈ। ਇਸ ਤੋਂ ਵੀ ਅੱਗੇ ਇੱਕ ਅਨਲ ਪੰਛੀ ਹੈ, ਅਨਲ ਵੱਲ ਨਰਮਾਦਾ ਨੇ। ਇਹ ਗੁਰੂ ਗੋਬਿੰਦ ਸਿੰਘ ਨੇ ਜ਼ਿਕਰ ਕੀਤਾ, ਇਹਨਾਂ ਦੇ ਭਾਈ ਗੁਰਦਾਸ ਨੇ ਵੀ ਕੀਤਾ। ਇਹ ਆਕਾਸ਼ ਦੇ ਵਿੱਚ ਰਹਿੰਦਾ ਹੈ, ਐਸਾ ਪਰੰਪਰਾ ਤੋਂ ਗ੍ਰੰਥਾਂ ਵਿੱਚ ਚਲਿਆ ਰਿਹਾ। ਉਹਦੇ ਦਿੱਤੇ ਹੋਏ ਆਂਡੇ ਧਰਤੀ ਤੇ ਨਹੀਂ ਡਿਗੇ, ਨਾ ਡਿੱਗ ਸਕਦੇ। ਰਸਤੇ ਦੇ ਵਿੱਚ ਆਂਡਾ ਫੁੱਟ ਕੇ ਵਿੱਚੋਂ ਬੱਚਾ ਪੈਦਾ ਹੋ ਕੇ ਉਹ ਆਪਣੇ ਮਾਂ-ਬਾਪ ਨੂੰ ਜਾ ਮਿਲਦਾ ਹੈ। ਉਹ ਸਭ ਤੋਂ ਜ਼ਿਆਦਾ ਉੱਡਦਾ ਹੈ, ਉਹਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ। ਕਲਗੀਧਰ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਵਿੱਚ ਇਹਦਾ ਜ਼ਿਕਰ ਕੀਤਾ ਹੈ। ਇਹ ਪ੍ਰਮਾਣ ਇਸ ਕਰਕੇ ਵੀ ਕੋਈ ਇਹ ਨਾ ਕਹੇ ਵੀ ਇਹ ਤਾਂ ਮਿਥਿਆ ਕਲਪਨਾ ਕੀਤੀ ਗਈ ਹੈ।
ਜਿਹਨੇ ਮਿਥਿਆ ਕਹਿਣਾ ਉਹਦਾ ਨਾਸਤਕਾਂ ਤੋਂ ਡਰਨਾ ਵੀ ਨਹੀਂ ਚਾਹੀਦਾ ਸਾਨੂੰ। ਉਹਨਾਂ ਨੇ ਤਾਂ ਗੁਰਬਾਣੀ ਨੂੰ ਵੀ ਗਲਤ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਤਿਹਾਸ ਹੁਣ ਤਾਂ ਚਲੋ ਬੜੀ ਦੇਰ ਦੇ ਲੱਗੇ ਹੋਏ ਨੇ ਖੋਰਾ ਲਾਉਣ। ਅਨਲ ਆਕਾਸ਼ ਪੰਛੀ ਡੋਲਵੋ ਕਰਤਾ ਹੈ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ। ਇਹਦਾ ਮਤਲਬ ਪੰਛੀ ਹੈ, ਜੇ ਅਸੀਂ ਨਹੀਂ ਦੇਖਿਆ ਇਹ ਨਹੀਂ ਕਹਿ ਸਕਦੇ ਵੀ ਨਹੀਂ ਹੁੰਦਾ। ਤੋ ਇਸ ਪੰਛੀ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਅਨਲ ਪੰਖ ਬਚ ਮਿਲੇ ਨਿਰਾ ਧਾਰ ਹੋਏ ਸਮਝੈ ਆਪੇ। ਉਹ ਆਪਣੇ ਮਾਂ ਬਾਪ ਨੂੰ ਕਿਵੇਂ ਮਿਲਦੇ ਨੇ? ਅਨਲ ਪੰਖ ਪੰਛੀ ਜਿਹੜਾ ਅਨਲ ਪੰਖ ਬਚ ਮਿਲੇ ਨਿਰਾ ਧਾਰ ਹੋਏ ਸਮਝੈ ਆਪੇ, ਉਹ ਆਪਣੇ ਮਾਂ ਬਾਪ ਨੂੰ ਲੱਭ ਲੈਂਦੇ। ਉਂਝਾਂ ਪਹਾੜ ਦੇ ਵਿੱਚ ਬੱਚੇ ਦੇ ਕੇ ਆਉਂਦੀਆਂ, ਧਿਆਨ ਦੁਆਰਾ ਉਹਨੂੰ ਪੱਕਦੇ ਤੇ ਉੱਥੋਂ ਆਂਡਿਆਂ ਚੋਂ ਨਿਕਲ ਕੇ ਵੱਡੇ ਹੋ ਕੇ ਉੱਡ ਕੇ ਕੱਤੇ ਦੇ ਮਹੀਨੇ ਮੈਦਾਨੀ ਇਲਾਕੇ ਜਾ ਕੇ ਮਿਲ ਜਾਂਦੇ ਨੇ। ਇਹ ਬੜੀ ਅਸਚਰਜ ਲੀਲਾ ਹੈ। ਤੇ ਇਸ ਕਰਕੇ ਪਰ ਇਹ ਜੋ ਪ੍ਰਮਾਣ ਦਿੱਤੇ ਹੈ, ਸੁਣ ਗੱਲਾਂ ਆਕਾਸ਼ ਕੀ, ਇਹਦੇ ਵਾਸਤੇ ਕੁਛ ਇਹ ਸਮਝਾਏ ਨੇ ਵੀ ਐਸੇ ਪੰਛੀ। ਪਰ ਗੱਲ ਗਾਹਾਂ ਵਾਲੀ ਕੀ ਕਰਨਗੇ ਮਹਾਰਾਜ? ਕੀਟਾ ਇਰੀਸ, ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀਆਂ ਉਡਾਰੀਆਂ ਵਾਲੀਆਂ ਗੱਲਾਂ ਸੁਣ ਕੇ ਕਹਿੰਦੇ ਕੀੜਿਆਂ ਨੂੰ ਰੀਸ ਆ ਗਈ। ਕੀਟਾ ਆਈ ਰੀਸ, ਕੀੜੇ ਨੂੰ ਉਡਾਰੀ ਮਾਰਨ ਦੀ ਰੀਸ ਬਰਾਬਰੀ ਆ ਗਈ। ਉਹ ਬਰਾਬਰੀ ਕਿਉਂ ਆਈ ਹੈ? ਪਾਵਸ ਰੁੱਤ ਦੇ ਵਿੱਚ, ਸੌਣ ਭਾਦਰੋਂ ਦੇ ਵਿੱਚ ਬਾਰਿਸ਼ ਪੈਣ ਤੋਂ ਧਰਤੀ 'ਚ ਭੜਾਸ ਪੈਦਾ ਹੋ ਜਾਂਦੀ ਹੈ, ਗਰਮੀ। ਉਹਦੇ ਵਿੱਚੋਂ ਕੀੜੇ ਮਕੌੜਿਆਂ ਨੂੰ ਖੰਭ ਨਿਕਲ ਆ ਜਾਂਦੇ ਨੇ। ਉਸ ਮੌਸਮ 'ਚ ਖੰਭ ਆਉਂਦੇ ਨੇ ਇਹਨਾਂ ਨੂੰ। ਖੁੱਡਾਂ ਵਿੱਚ ਰਹਿਣ ਵਾਲੇ ਕੀੜੇ ਤੇ ਖੰਭ ਨਿਕਲ ਆਉਂਦੇ ਨੇ। ਆਕਾਸ਼ਚਾਰੀ ਪੰਛੀ ਨੂੰ ਉੱਡਦਿਆਂ ਨੂੰ ਵੇਖ ਕੇ ਨਾ ਉਹਨਾਂ ਦੀ ਰੀਸ ਇੱਛਾ ਪੈਦਾ ਹੋ ਜਾਂਦੀ ਹੈ, ਅਸੀਂ ਵੀ ਉੱਡੀਏ। ਖੰਭ ਇਹਨਾਂ ਦੇ ਕੋਲ, ਖੰਭ ਸਾਡੇ ਕੋਲ, ਇਹਨਾਂ ਨਾਲੋਂ ਅਸੀਂ ਕਿਹੜੀ ਗੱਲੋਂ ਘੱਟ ਹਾਂ? ਇਹ ਸੋਚ ਕੇ ਰੀਸ ਕਰਕੇ ਆਕਾਸ਼ ਵੱਲ ਨੂੰ ਉਡਾਰੀ ਕਰਨੀ ਆਰੰਭ ਕਰ ਦਿੰਦੇ। ਉਹ ਜਦੋਂ ਉੱਡਣ ਲੱਗਦੇ ਹੈ, ਖੰਭ ਕਮਜ਼ੋਰ ਕਿੱਥੇ ਪੰਛੀਆਂ ਦੇ, ਕਿੱਥੇ ਇਹਨਾਂ ਦੇ ਕੀੜੇ ਮਕੌੜਿਆਂ ਦੇ। ਉਹ ਕਈਆਂ ਤਾਂ ਉੱਡਦੇ ਉੱਡਦੇ ਟੁੱਟ ਜਾਂਦੇ ਨੇ, ਕਈਆਂ ਦੇ ਥੋੜਾ ਜਿਹਾ ਉੱਡ ਕੇ ਆਕਾਸ਼ ਵਾਲੇ ਪਾਸੇ ਨੂੰ ਉੱਡਣ ਲੱਗਦੇ ਨੇ, ਫੇਰ ਟੁੱਟ ਜਾਂਦੇ ਨੇ। ਉੱਡਣ ਦੀ ਸਮਰੱਥਾ ਨਾ ਹੋਣ ਕਰਕੇ ਧਰਤੀ ਤੇ ਡਿੱਗ ਪੈਂਦੇ ਆ। ਕਈਆਂ ਨੂੰ ਉੱਡਦਿਆਂ ਨੂੰ ਪੰਛੀ ਖਾ ਲੈਂਦੇ ਨੇ। ਖੰਭ ਤਾਂ ਕੀੜਿਆਂ ਨੂੰ ਮਿਲ ਗਏ, ਪਰ ਹੰਸ ਤੇ ਗਰੜ ਅਨ ਪੰਛੀ ਵਰਗੀ ਸ਼ਕਤੀ ਤਾਂ ਨਹੀਂ ਹੈ ਉੱਡਣ ਦੀ। ਰੀਸ ਦੇ ਕਾਰਨ ਆਪਣਾ ਜੀਵਨ ਤਬਾਹ ਕੀਤਾ ਇਹਨਾਂ ਨੇ, ਕੀੜਿਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਧੋ ਇਸ ਤਰ੍ਹਾਂ ਹੀ ਇਹ ਕੁਛ ਜੀਵਨ, ਇਹ ਦ੍ਰਿਸ਼ਟਾਂਤ ਹੈ ਜੇ ਬਾਹਰ ਦਾ, ਤਾਂ ਕਿ ਗਾਹਾਂ ਵਾਲੀ ਗੱਲ ਸਮਝ ਆਵੇ। ਭਾਈ ਗੁਰਦਾਸ ਨੇ ਕਿਹਾ, ਹੰਸਾਂ ਨਾਲ ਟਟੀਰੀਏ ਕਿਉਂ ਪਹੁੰਚਿਆ ਦੌੜੀ। ਹੰਸਾਂ ਨਾਲ ਕਿਵੇਂ ਟਟੀਰ ਪਹੁੰਚ ਸਕਦੀ ਹੈ? ਇਹ ਸੀ ਦ੍ਰਿਸ਼ਟਾਂਤ। ਇਹਦਾ ਦਾ ਦ੍ਰਿਸ਼ਟਾਂਤ ਜਣੀ ਇਹਦਾ ਸਾਰ ਅੰਸ਼ ਕੀ ਹੈ? ਅੰਤਰੀ ਭਾਵ ਦੇ ਚ ਕਹਿੰਦੇ, ਸੁਣ ਗੱਲਾਂ ਆਕਾਸ਼ ਕੀ। ਆਕਾਸ਼ ਕੀ ਇਹ ਚਿਦਾਕਾਸ਼ ਬ੍ਰਹਮ ਚੇਤਨ। ਉਹ ਬ੍ਰਹਮ ਦੀਆਂ ਗੱਲਾਂ ਸੁਣ ਕੇ ਬ੍ਰਹਮ ਗਿਆਨੀਆਂ ਦੀਆਂ ਕੀੜਿਆਂ ਵਾਂਗ ਅਕਿਰਤ ਕਣ ਪਾਮਰ ਵਿਸ਼ਈ, ਉਹਨਾਂ ਨੂੰ ਸਤਪੁਰਸ਼ਾਂ ਦੀ ਰੀਸ ਕਰਨ ਲੱਗ ਜਾਂਦੇ ਆ ਕਿ ਅਸੀਂ ਵੀ ਬ੍ਰਹਮ ਵੇਤੇ ਹਾਂ, ਅਸੀਂ ਵੀ ਬ੍ਰਹਮ ਗਿਆਨੀ ਹਾਂ। ਇਸ ਤੁਕ ਦੇ ਵਿੱਚ ਆਕਾਸ਼ ਪਦ ਆਇਆ ਨਾ, ਜਿਹੜਾ ਪਰਮਾਤਮਾ ਆਕਾਸ਼ ਦੀ ਨਹੀਂ ਵਿਆਪਕ ਹੋਣ ਕਰਕੇ ਦ੍ਰਿਸ਼ਟਾਂਤ ਆਕਾਸ਼ ਦਾ ਦਿੱਤਾ ਜਾਂਦਾ ਹੈ। ਫਰਕ ਕੀ ਹੈ? ਇਹ ਜੜ ਹੈ, ਉਹ ਚੇਤਨ ਹੈ। ਇਹ ਫਰਕ ਹੈ, ਪੂਰਾ ਨਹੀਂ ਟਿਕਦਾ, ਪਰ ਇੱਕ ਪੱਖ ਲਈਦਾ। ਉਸ ਵਿੱਚ ਪ੍ਰੋਖ ਅਵਰੋਖ ਗਿਆਨ ਰੂਪ ਖੰਭਾਂ ਨਾਲ ਉਡਾਰੀਆਂ ਮਾਰਨ ਵਾਲੇ ਬ੍ਰਹਮ ਗਿਆਨੀ, ਉਹਨਾਂ ਦੀ ਸੋਭਾ ਸੁਣ ਕੇ, ਸੋਭਾ ਰੂਪ ਗੱਲਾਂ ਸੁਣ ਕੇ, ਕੀਟਾ ਆਈ ਰੀਸ ਅਲਪੱਗ ਵਿਸ਼ਈ ਤੇ ਪਾਮਰ ਜੀਵ ਵਿਦ ਨਖੇਦ ਰੂਪੀ ਖੰਭਾਂ ਵਾਲੇ ਸਵਰਗ ਆਦੀਆਂ ਉਡਾਰੀਆਂ ਮਾਰਨ ਜੋਗੇ, ਤੇ ਉਹ ਵੀ ਕਹਿਣ ਲੱਗ ਜਾਂਦੇ ਨੇ, ਬ੍ਰਹਮ ਸਤਿਅੰ ਜਗਤ ਮਿਥਿਆ। ਇਹ ਜੀ ਜਗਤ ਮਿਥਿਆ, ਬ੍ਰਹਮ ਸੱਤ ਹੈ। ਗੱਲਾਂ ਸੁਣ ਲਈਆਂ ਨਾ, ਅਸੀਂ ਵੀ ਸੰਸਾਰ ਦੀ ਦੁੱਖ ਦੀ ਨਿਵਰਤੀ ਕਰ ਲੈਂਦੇ ਹਾਂ, ਪਰਮਾਨੰਦ ਦੀ ਪ੍ਰਾਪਤੀ ਕਰਨ ਵਾਲੇ ਹਾਂ। ਕਿਉਂ? ਕਰਤੱਵਿਆ ਭਾਵ ਕਹਿੰਦੇ ਨੇ, ਅਹੰ ਬ੍ਰਹਮ ਅਸਮੀ, ਅਹੰ ਮੈਂ ਹੀ ਬ੍ਰਹਮ ਹਾਂ, ਸਾਨੂੰ ਕੋਈ ਵਿਸ਼ੇ ਨਹੀਂ ਪਹੁ ਸਕਦੇ। ਉਹ ਆਕਾਸ਼ ਚਿਦਾਕਾਸ਼ ਚ ਵਿਚਰਨ ਵਾਲੇ ਮਹਾਂਪੁਰਖਾਂ ਦੀਆਂ ਗੱਲਾਂ ਸੁਣ ਕੇ ਮਨੁੱਖ ਸਰੀਰ ਰੂਪੀ ਭਾਦਰੋਂ ਦੇ ਮਹੀਨੇ ਵਿੱਚ ਵਿਸ਼ਿਆਂ ਰੂਪੀ ਪੜਾਸ ਆ ਗਈ, ਛਿਲੇ ਕੱਢ ਲਏ, ਰਿਧੀਆਂ ਸਿੱਧੀਆਂ ਮਿਲ ਗਈਆਂ। ਉਹਦੇ ਬਲ ਦੇ ਨਾਲ ਉਹ ਕਮਜ਼ੋਰ ਜੇ ਖੰਭ ਆ ਗਏ, ਵਿਦ ਨਖੇਦ ਰੂਪੀ ਖੰਭਾਂ ਨੂੰ ਲਾ ਕੇ ਉਡਾਰੀਆਂ ਮਾਰਨਾ ਚਾਹੁੰਦੇ ਨੇ। ਇਹਦੇ ਉੱਤੇ ਗੁਰੂ ਅਰਜਨ ਦੇਵ ਜੀ ਨੇ ਵੀ ਇੱਕ ਪਾਵਨ ਬਚਨ ਕਿਹਾ, ਚੜ ਕੇ ਘੋੜੜੇ ਕੁੰਦੇ ਪਕੜੇ ਖੁੰਡੀ ਦੀ ਖੇਡਾਰੀ, ਹੰਸਾਂ ਸੇਤੀ ਚਿਤੋ ਲਸੈ ਕੁੱਕੜ ਦੀ ਉਡਾਰੀ। ਕੁੱਕੜ ਦੀ ਉਡਾਰੀ ਜਿਹੜੀ ਹੈ, ਉਹ 3 ਉਡਾਰੀਆਂ ਨੇ ਕੁੱਕੜ ਦੀਆਂ। ਪਹਿਲੀ ਉਡਾਰੀ ਮਾਰਦਾ ਰੂੜੀ ਤੇ ਜਾ ਪੈਂਦਾ,
ਤੇ ਜੇ ਰੂੜੀ ਤੇ ਉਹਨੂੰ ਦੇਖੇ ਵੀ ਆਲੇ ਦੁਆਲੇ ਕੁੱਤੇ ਫਿਰਦੇ ਨੇ, ਕਿਤੇ ਮੈਨੂੰ ਖਾ ਨਾ ਜਾਣ, ਉਹ ਆਪਣੀ ਰੱਖਿਆ ਲਈ ਦੂਜੀ ਉਡਾਰੀ ਮਾਰਦਾ ਹੈ, ਕੰਧ ਤੇ ਜਾ ਬੈਠਦਾ ਹੈ। ਕੁੱਤਾ ਕੰਧ ਤੇ ਨਹੀਂ ਚੜ੍ਹ ਸਕਦਾ। ਫਿਰ ਉਹ ਦੇਖਦਾ ਬੰਦੇ ਫਿਰਦੇ ਆਲੇ ਦੁਆਲੇ, ਉਹ ਕਹਿੰਦਾ ਬੰਦਾ ਨਾ ਮੈਨੂੰ ਕਿਤੇ ਮੇਰਾ ਨੁਕਸਾਨ ਕਰ ਦੇਵੇ। ਫਿਰ ਤੀਜੀ ਉਡਾਰੀ ਮਾਰਦਾ, ਕੋਠੇ ਤੇ ਜਾ ਬੈਠਦਾ। ਇਹ 3 ਉਡਾਰੀਆਂ ਨੇ। ਕੁੱਕੜ ਦੀ ਉਡਾਰੀ, ਹੰਸਾਂ ਸੇਤੀ ਚਤੁਲਸੇ, ਕੁੱਕੜ ਦੀ ਉਡਾਰੀ। ਇਹਦੇ ਚ ਦੱਸਿਆ ਵੀ ਕੁੱਕੜ ਦੀ ਨਿਆਈ ਵਿਛਾਈ ਜੀਵ ਹੈ। ਉਹਦੀ ਪਹਿਲੀ ਉਡਾਰੀ ਕੀ ਹੈ? ਵਿਸ਼ਿਆਂ ਦੀ ਰੂੜੀ ਤੇ ਜਾ ਕੇ ਬਹਿ ਜਾਂਦਾ ਹੈ, ਵਿਸ਼ੇ ਵਿਕਾਰਾਂ ਦੀ ਰੂੜੀ ਹੈ। ਤੇ ਦੂਜੀ ਉਡਾਰੀ ਕੀ ਹੈ ਉਸਦੀ? ਸੰਸਾਰ ਦੇ ਸੰਬੰਧੀਆਂ ਦੇ ਮੋਹ ਦੀ ਕੰਧ ਤੇ ਬੈਠ ਜਾ। ਕੰਧ ਨਾਮ ਆਸਰੇ ਦਾ ਹੁੰਦਾ ਹੈ, ਉਹਨਾਂ ਨੂੰ ਬੜਾ ਆਸਰਾ ਮੰਨਦਾ ਹੈ। ਸੰਬੰਧੀਆਂ ਦੇ ਮੋਹ ਦੀ ਕੰਧ ਤੇ ਬੈਠਾ ਹੈ। ਤੇ ਇਸ ਤੋਂ ਵੀ ਫਿਰ ਤੀਸਰੀ ਉਡਾਰੀ ਕੀ ਹੈ? ਵਿਦਨ ਖੇਦ, ਖੰਭਾਂ ਦੇ ਨਾਲ ਉੱਡ ਕੇ ਪੁੰਨ ਕਰਮ ਕਰਕੇ ਸਵਰਗ ਦੇ ਵਿੱਚ ਚਲਿਆ ਗਿਆ। ਇਹ ਕੋਠਾ ਹੈ, ਸਵਰਗ ਰੂਪੀ ਕੋਠੇ ਤੇ ਜਾ ਚੜਿਆ। ਇਹਦੀਆਂ 3 ਉਡਾਰੀਆਂ। ਤੋਂ ਫਿਰ ਜਦੋਂ ਕੋਠੇ ਤੇ ਕੁੱਕੜ ਬੈਠਿਆ ਜਾ ਕੇ, ਉੱਥੇ ਬੈਠਾ ਰਹੇਗਾ, ਮੁੜ ਕੇ ਫਿਰ ਧਰਤੀ ਤੇ ਆ ਜਾਂਦਾ ਹੈ। ਜਿਹੜਾ ਸਵਰਗ ਦੇ ਵਿੱਚ ਚਲਿਆ ਗਿਆ ਤੇ ਨੌਖ ਰਾਜੇ ਵਰਗੇ ਮੁੜ ਕੇ ਮਾਤਲੋਕ 'ਚ ਸਿੱਟੇ ਨਹੀਂ ਗਏ, ਇੱਥੇ ਡਿੱਗੇ ਆ ਕੇ। ਜੋ ਜਾਤੀ ਰਾਜੇ ਵਰਗੇ ਉੱਥੋਂ ਉਹ ਸਿੱਟੇ ਗਏ। ਕਿੰਨੇ ਕੁ ਦੇ ਪ੍ਰਸੰਗ ਸੁਣਾਏ ਜਾਣ। ਤੇ ਇਸ ਤਰ੍ਹਾਂ ਜੀਵ ਸਵਰਗ ਦੇ ਸੁੱਖ ਭੋਗ ਕੇ ਸੀਮਤ ਨੂੰ ਵੀ ਲੈ ਵੀ ਤੇ ਪੁੰਨ ਕਰਮ ਕੀਤੇ ਸੀ 1 ਸਾਲ 12 ਸਾਲ ਜਾਂ 100 ਸਾਲ ਜਿਹੇ ਜਿਹੇ ਪੁੰਨ ਨੂੰ, ਤੇ ਉਹਦੇ ਦਿਨ ਗਿਣ ਕੇ ਉਹਦੇ ਗਲ 'ਚ ਇੱਕ ਮਾਲਾ ਪਾ ਦਿੱਤੀ ਹੈ ਫੁੱਲਾਂ ਦੀ। 1 ਸਾਲ ਬਾਅਦ ਇੱਕ ਫੁੱਲ ਸੁੱਕ ਜਾਂਦਾ ਹੈ। ਜਦੋਂ ਉਹ ਫੁੱਲਾਂ ਨੂੰ ਦੇਖ ਕੇ ਅੱਧ ਮਰਿਆ ਹੋਈ ਜਾਂਦਾ ਵੀ ਓਹੋ ਹੁਣ ਤਾਂ ਇੰਨੇ ਕੁ ਫੁੱਲ ਰਹਿ ਗਏ, ਇੰਨੀ ਕੁ ਜ਼ਿੰਦਗੀ ਰਹਿ ਗਈ। ਅਜੇ ਮਾਤਲੋਕ ਦੇ ਵਿੱਚ ਚਾਹੇ 100 ਸਾਲ ਦੀ ਉਮਰ ਹੈ, 50 ਦੀ ਹੈ, ਮੌਤ ਦਾ ਪਤਾ ਤਾਂ ਨਹੀਂ ਕਦੋਂ ਆ ਜਾਣੀ ਹੈ, ਖੁਸ਼ੀ ਖੁਸ਼ੀ ਕੱਟ ਲੈਂਦੇ। ਸਵਰਗ ਦੇ ਵਿੱਚ ਤਾਂ ਨਿੱਤ ਹੀ ਮੌਤ ਦਿਖੀ ਜਾਂਦੀ ਹੈ, ਮੁਕਤ ਹੋ ਨਹੀਂ ਸਕਦਾ। ਫਿਰ ਕਹਿੰਦਾ ਓਹੋ ਹੇ ਪਰਮੇਸ਼ਰ, ਮੈਂ ਇੱਥੋਂ ਮੈਨੂੰ ਸਿੱਟੇਗਾ ਤਾਂ ਸਹੀ ਜੇ ਮਨੁੱਖਾ ਸਰੀਰ ਮਿਲ ਜਾਏ, ਮੈਂ ਤਾਂ ਮੁੜ ਕੇ ਨਾਮ ਜਪ ਕੇ ਮੁਕਤ ਹੋ ਜਾ। ਇਸ ਦੇਹੀ ਕੋ ਸਿਮਰਨ ਦੇਵ ਸੋ ਦੇਹੀ ਪਜਾਰ ਕੀ ਸੇ। ਉਹ ਮੁੜ ਕੇ ਉਸ ਨਾਲ ਕੋਠੇ ਤੋਂ ਹੇਠਾਂ ਫੇਰ ਸਿੱਟਿਆ ਜਾਂਦਾ ਸਵਰਗ ਦੇ ਕੋਠੇ ਤੋਂ। ਫਿਰ ਆ ਕੇ ਕੀ ਹੈ ਟੇਢੀਆਂ ਵਿੰਗੀਆਂ ਜੂਨਾਂ 'ਚ, ਤੇ ਫਿਰ ਮੁੜ ਕੇ ਉਹੀ ਚੱਕਰ 84 ਦਾ ਫੇਰ ਪੈ ਜਾਂਦਾ ਹੈ। ਜਿਹੜੇ ਗੁਰਮੁਖ ਨੂੰ ਪਰਮੇਸ਼ਰ ਦੇ ਤੱਤ ਸਰੂਪ ਨੂੰ ਜਾਣਨ ਵਾਲੇ, ਉਹ ਹੰਸਾਂ ਦੀ ਨਿਆਈ। ਹੰਸ ਦੁੱਧ ਤੇ ਪਾਣੀ ਨੂੰ ਅਲੱਗ ਕਰ ਦਿੰਦਾ ਹੈ। ਉਹ ਨਾਮ ਤੇ ਰੂਪ, ਅਸਤੀ ਪ੍ਰੰਤੀ ਪ੍ਰੇਤਾ ਰੂਪ, ਜਿਹੜੇ ਸਤਿ ਤੇ ਆਨੰਦ ਬ੍ਰਹਮ ਤੇ ਮਾਇਆ ਮਿਲੀ ਹੋਈ ਹੈ, ਇਹ ਦੁੱਧ ਤੇ ਪਾਣੀ ਮਿਲਿਆ ਹੋਇਆ, ਇਹਨੂੰ ਵੱਖਰਾ ਵੱਖਰਾ ਕਰ ਦਿੰਦਾ ਹੈ। ਇਹ ਉਹਦੀ ਹੰਸਾਂ ਦੀ ਵਿਚਾਰ ਰੂਪ ਚੁੰਝ ਹੈ ਗੁਰਮੁਖਾਂ ਦੀ। ਤਤ ਮਿਥਿਆ ਦਾ ਵਿਵੇਚਨ ਕਰਦੇ ਨੇ। ਇਹਨੂੰ ਕਹਿੰਦੇ ਸਤ ਨਿਰਤ ਬੂਝੈ ਜੇ ਕੋਏ। ਝੂਠ ਤੇ ਸਤ ਨੂੰ ਸਮਝ ਲੈਣਾ। ਸੰਸਾਰ ਸਮੁੰਦਰ ਦੇ ਪਦਾਰਥਾਂ ਰੂਪ ਪਾਣੀ ਦੇ ਵਿੱਚ ਬੈਰਾਗ ਰੂਪ ਉਡਾਰੀ ਮਾਰ ਕੇ, ਉਹ ਕੀ ਹੈ ਉਡਾਰੀ? ਬਰਮਾ ਇੰਦਰ ਆਦ ਲੋ ਹੋਤ ਜੋ ਦੇ ਤਰ ਭੋਗ, ਕਾਗ ਬਿਸ਼ਟ ਸਮਝੀ ਕਨੇ ਬੀਤ ਰਾਗ ਤੇ ਲੋਗ। ਉਹਨਾਂ ਦੀ ਰੀਸ ਕਰਦੇ ਆ ਵਿਸ਼ਈ ਪੁਰਸ਼, ਕਾਮ ਆਦਿਕ। ਅਖੇ ਜੀ ਸਾਡਾ ਕੁਛ ਨਹੀਂ ਵਿਗਾੜ ਸਕਦੇ, ਪਰ ਜਦੋਂ ਕਾਮ ਆਦਿਕ ਚਿੰਬੜਦੇ ਨਾ, ਉਸ ਵੇਲੇ ਫਿਰ ਵਿਧਨ ਖੇਦ ਕਾਰਨ ਵੈਰਾਗ ਰੂਪ ਸੀ, ਜਿਹੜਾ ਬਾਸ਼ਨਾ ਰੂਪੀ ਹਵਾ ਚੱਲਣ ਦੇ ਨਾਲ ਖੰਭ ਟੁੱਟ ਜਾਂਦੇ ਨੇ। ਵਿਚਾਰ ਕਮਜ਼ੋਰ ਸੀ ਤੇ ਕੀੜਿਆਂ ਦੇ ਜਿਵੇਂ ਖੰਭ ਕਮਜ਼ੋਰ ਹੁੰਦੇ ਨੇ, ਅਨੇਕਾਂ ਜੁਨੀਆਂ ਧਰਤੀ ਤੇ ਤੁਰੇ ਫਿਰਦੇ ਆ। ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੇਸ ਦਾ ਭਾਵ ਦਿੰਦੇ ਆ। ਇਹ ਉਹ ਮੁਕਤ ਪੁਰਸ਼ਾਂ ਦੀਆਂ ਰੀਸਾਂ ਨਹੀਂ ਕਰਨੀਆਂ ਚਾਹੀਦੀਆਂ ਭਾਈ। ਆਕਾਸ਼ਾਚਾਰੀ ਬ੍ਰਹਮ ਗਿਆਨੀ ਤਤਵੇਤੇ ਤੇ ਉਹਨਾਂ ਦੀਆਂ ਕੀੜਿਆਂ ਦੀ ਨਿਆਈ ਵਿਸ਼ਈ ਪੁਰਸ਼ ਰੀਸਾਂ ਕਰਦੇ ਆ। ਅਸੀਂ ਬ੍ਰਹਮ ਗਿਆਨੀ ਹਾਂ ਤੇ ਲੋਕਾਂ ਨੂੰ ਗਿਆਨ ਦੇ ਸਕਦੇ ਹਾਂ, ਤੁਹਾਨੂੰ ਰੱਬ ਦਿਖਾ ਸਕਦੇ ਹਾਂ। ਵਿਕਾਰਾਂ ਵਿੱਚ ਫਸੇ ਹੋਏ ਜੂਨਾਂ 'ਚ ਭਟਕਦੇ ਫਿਰਨਗੇ। ਇਹ ਦੇਹ ਅਧਿਆਸੀ ਨੇ, ਧੋਖੇਬਾਜ਼ ਨੇ, ਬਨੌਟੀ ਗੁਰੂਆਂ ਤੋਂ ਬਚ ਕੇ ਰਹਿਣਾ ਚਾਹੀਦਾ। ਚੁੰਚ ਗਿਆਨੀ ਕਹੇ ਜਾ ਸਕਦੇ ਨੇ। ਇਹਨਾਂ ਦੀ ਬਾਬਤ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾ ਕਾਦੀਆਂ ਬਾਹਰੋਂ ਚਟਵੀਆਂ, ਰੀਸਾ ਕਰੇ ਤਨਾੜੀਆਂ ਜੋ ਸੇਵੇਦਾਰ ਖੜੀਆਂ। ਤੇ ਮਹਾਰਾਜ ਸਾਹਿਬ ਨੂੰ ਪੁੱਛਿਆ ਜੀ ਉਹਨਾਂ ਦੀ ਬਾਤ ਫਿਰ ਤੁਸੀਂ ਆਪ ਕਿਰਪਾ ਕਰਕੇ ਦੱਸੋ ਕੀ ਸਮਝਦੇ ਹੋ ਵੀ ਚਲੋ ਰੀਸ ਤਾਂ ਕਰੀ ਉਹਨੇ, ਕੀਟਾ ਆਈ ਰੀਸ।
ਤੇ ਮਹਾਰਾਜ ਸਾਹਿਬ ਜੀ ਵੀ ਅੱਗੇ ਦੱਸਦੇ ਨੇ ਉਹਨਾਂ ਦੀ ਹਾਲਤ ਕੀ ਹੈ। ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਮਹਾਰਾਜ ਸਾਹਿਬ ਕਹਿੰਦੇ ਨੇ ਸਿੱਧੋ, ਉਹ ਵਿਸ਼ੇਈ ਪੁਰਸ਼ ਬ੍ਰਹਮ ਬੇਤਿਆਂ ਦੀ ਜਦੋਂ ਨਜ਼ਰੀ ਕੀ ਹੈ ਦ੍ਰਿਸ਼ਟੀ ਵਿੱਚ ਪਾਏ ਜਾਂਦੇ ਆ ਨਾ, ਜਦੋਂ ਦੇਖਦੇ ਨੇ ਠੀਕ ਪੂਰੇ ਨੇ ਕਿ ਝੂਠੇ ਨੇ, ਇਹ ਪਰਖਣਾ ਕਰਦੇ ਨੇ। ਗੱਲਾਂ ਮਾਰਨ ਵਾਲੇ ਜਿਹੜੇ ਝੂਠੇ, ਝੂਠਿਆਂ ਦੀ ਕੂੜੀ ਕੀ ਝੂਠੀਆਂ ਠੀਸ ਕੀ ਗੱਪਾਂ ਹੀ ਨਿਕਲਦੀਆਂ ਨੇ। ਫਿਰ ਜਦੋਂ ਪਦਾਰਥਾਂ ਜਾਂ ਵਿਸ਼ਿਆਂ ਨੂੰ ਦੇਖ ਕੇ ਡਿੱਗ ਜਾਂਦੇ ਨੇ, ਇਸ ਕਰਕੇ ਝੂਠੇ ਪੁਰਸ਼ਾਂ ਦੇ ਝੂਠੀਆਂ ਠੀਸ ਗੱਪਾਂ ਹੀ ਨਿਕਲਦੀਆਂ ਨੇ। ਫਿਰ ਜਿੰਨੇ ਵੀ ਬਨੌਟੀ ਭੇਖ ਬਣਾਉਣ ਵਾਲੇ ਵਿਸ਼ਈ ਪੁਰਸ਼, ਇਹ ਗੁਰੂ ਨਾਨਕ ਸਾਹਿਬ ਦੇ ਵੇਲੇ ਨਹੀਂ ਆਉਂਦਾ ਪ੍ਰਸੰਗ, ਨਕਲੀ ਨਾਨਕ ਬਣ ਕੇ ਸਿੰਗਲਾ ਰਿਬਨੀ ਜਾਣ ਲੱਗ ਗਏ ਸੀ। ਦੋ ਚੇਲੇ ਲੈ ਰਹਿਣੇ, ਇੱਕ ਨੂੰ ਮਰਦਾਨਾ ਕਹਿਣਾ, ਇੱਕ ਨੂੰ ਬਾਲਾ ਕਹਿਣਾ, ਆਪ ਗੁਰੂ ਨਾਨਕ ਬਣ ਜਾਣਾ। ਰਾਜੇ ਨੂੰ ਠੱਗਦੇ ਰਹੇ, ਰਾਜਾ ਉਡੀਕ ਕਰਦਾ ਸੀ ਗੁਰੂ ਨਾਨਕ ਸਾਹਿਬ ਦੀ। ਉਹ ਰਾਜੇ ਨੇ ਫਿਰ ਤਰਤੀਬ ਸੋਚ ਲਈ, ਉਹਨੇ ਪਦਵਣੀਆਂ ਭੇਜ ਦੇਣੀਆਂ ਪਰਖਣਾ ਕਰਨ ਵਾਸਤੇ। ਉਹਨਾਂ ਨੇ ਆ ਕੇ ਦੱਸਣਾ ਤੇ ਵਿਸ਼ਿਆਂ 'ਚ ਡਿੱਗੇ ਹੋਏ ਨੇ। ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਹੁੰਚੇ ਸੀ ਤੇ ਸੁੱਕਾ ਬਾਗ ਹਰਾ ਹੋ ਗਿਆ, ਮਾਲੀ ਨੱਠ ਕੇ ਗਿਆ, ਕਹਿੰਦਾ ਰਾਜਨ ਅੱਜ ਤਾਂ ਲੱਗਦਾ ਵੀ ਉਹੀ ਆ ਗਏ ਜਿਨ੍ਹਾਂ ਨੂੰ ਤੂੰ ਉਡੀਕਦਾ। ਉਹ ਕਹਿੰਦਾ ਤੈਨੂੰ ਕੀ ਪਤਾ ਹੈ, ਮੈਨੂੰ ਬੜਾ ਠੱਗਿਆ ਇਹਨਾਂ ਨਕਲੀ ਨਾਨਕ ਬਣਨ ਵਾਲਿਆਂ ਨੇ। ਅਸਲੀ ਗੁਰੂ ਨਾਨਕ ਸਾਹਿਬ ਜਦੋਂ ਆਉਣਗੇ, ਚਲੋ ਮੈਂ ਉਡੀਕ ਤਾਂ ਕਰਦਾ, ਪਰ ਪਖੰਡੀਆਂ ਨੇ ਮੈਨੂੰ ਨਫ਼ਰਤ ਕਰਾ ਦਿੱਤੀ। ਕਹਿੰਦਾ ਮਹਾਰਾਜ ਜਿੰਨੇ ਆਏ ਨੇ ਇੱਕ ਤੀਲਾ ਹਰਾ ਨਹੀਂ ਹੋਇਆ, ਤੇਰਾ ਸਾਰਾ ਬਾਗ ਹਰਾ ਹੋ ਗਿਆ। ਕਹਿੰਦਾ ਹੈ ਸਾਰਾ ਹੀ ਬਾਗ ਹਰਾ ਹੋ ਗਿਆ ਸੁੱਕਾ? ਕਹਿੰਦੇ ਹਾਂ, ਪੰਛੀ ਕਲੋਲਾਂ ਕਰ ਰਹੇ ਨੇ, ਜਾ ਕੇ ਦੇਖ ਲੈ। ਕਹਿੰਦਾ ਨਹੀਂ, ਅਜੇ ਵੀ ਪਰਖਣਾ ਕਰੂੰ। ਪਦਵਣੀਆਂ ਭੇਜੀਆਂ 16 ਸਾਲ ਦੀਆਂ ਨਾਇਕਾਂ ਮਹਾਰਾਜ ਦੇ ਸਾਹਮਣੇ ਆ ਕੇ ਲੱਗੀਆਂ ਨੱਚਣ। ਧਿਆਨ 'ਚ ਬੈਠੇ ਸੀ ਮਹਾਰਾਜ ਨੇ। ਉਸੇ ਵੇਲੇ ਨੇਤਰ ਖੋਲ ਕੇ ਕਹਿੰਦੇ ਬੇਟੀਓ ਬੰਦ ਕਰੋ ਨੱਚਣਾ, ਇਹ ਧਰਤੀ ਗਰਕ ਹੋ ਜੂਗੀ ਜਿੱਦਣ ਬਾਪ ਦੇ ਸਾਹਮਣੇ ਧੀਆਂ ਨੱਚਣ ਲੱਗੀਆਂ। ਗਾਛੋ ਪੁੱਤਰੀ ਰਾਜਕੁਮਾਰ ਨਾਮ ਪਣੋ ਸੱਚ ਦੋਤ ਸਵਾਰ। ਉਸੇ ਵੇਲੇ ਸਾਰੀ ਬਾਸਨਾ ਖਤਮ ਹੋ ਗਈ, ਚਰਨੀ ਡਿੱਗਦੀਆਂ, ਰੋਮ ਰੋਮ ਚੋਂ ਨਾਮ ਦੀ ਆਵਾਜ਼ ਆਉਣ ਲੱਗੀ। ਨਾਮ ਦੀ ਮਸਤੀ 'ਚ ਆ ਕੇ ਕਹਿੰਦੀਆਂ ਰਾਜਨ ਉਹ ਆਪ ਹੀ ਪਰਮੇਸ਼ਰ ਹੈ, ਨਾਨਕ ਦੇ ਰੂਪ ਦੇ ਵਿੱਚ, ਜਾ ਕੇ ਲਾਭ ਉਠਾ ਲੈ। ਤੋ ਕੂੜੀਆਂ ਦੀਆਂ ਕੂੜੀਆਂ ਗੱਪਾਂ ਨਿਕਲਦੀਆਂ। ਜਦੋਂ ਭਾਈ ਜਿਵੇਂ ਨਕਲੀ ਨਾਨਕ ਬਣ ਕੇ ਠੱਗਦੇ ਰਹੇ, ਉਗੜ ਗਿਆ ਜੈਸਾ ਖੋਟਾ ਟਬੂਆ ਨਦਰ ਸਰਾਫਾ ਆਇਆ। ਉਹਨਾਂ ਦੀ ਬਾਬਤ ਇਸ ਤਰ੍ਹਾਂ ਕਹਿੰਦੇ ਫਿਰਦੀ ਫਿਰਦੀ ਦਹਿ ਦਸਾ ਜਲ ਪਰਬਤ ਬਨ ਰਾਏ, ਜਿੱਥੇ ਡਿਠਾ ਮਿਰਤ ਕੋ ਇਲ ਬੈਠੀ ਆਏ। ਤੇ ਇਸ ਕਰਕੇ ਇਹ ਪਾਠ ਜੇ ਸੰਥਿਆ ਨਾ ਕੀਤੀ ਹੋਵੇ ਤਾਂ ਇਹਦਾ ਕੋਇਲ ਪਾਠ ਬਣ ਜਾਂਦਾ ਹੈ। ਜਿੱਥੇ ਡਿਠਾ ਮਿਰਤ ਕੋਇਲ ਬੈਠੀ ਆ। ਕੋਲਾਂ ਤਾਂ ਅੰਬਾਂ ਤੇ ਬੋਲਦੀਆਂ ਹੁੰਦੀਆਂ ਨਾ, ਬੋਲਦੀਆਂ ਮਿਰਤ ਕੋ। ਸੋ ਇਸ ਕਰਕੇ ਕਹਿੰਦੇ ਹਵਾ ਦਾ ਬੁੱਲਾ ਆਉਣ ਤੇ ਜਿਵੇਂ ਕੱਖ ਆਕਾਸ਼ ਨੂੰ ਚੜ ਜਾਂਦਾ ਹੈ, ਤੇ ਇਸੇ ਤਰ੍ਹਾਂ ਬਰਾਗ ਆਇਆ, ਬਰਾਗ ਦਾ ਬੁੱਲਾ। ਕਹਿੰਦਾ ਲਓ ਜੀ ਸੰਸਾਰ ਮਿਥਿਆ, ਘਰ-ਬਾਰ ਛੱਡ ਦਿੱਤਾ। ਤੇ ਫਿਰ ਜਦੋਂ ਵਿਸ਼ੇ ਵਿਕਾਰਾਂ ਤੇ ਮਰਦਾਰ ਦੇਖਿਆ, ਉੱਥੀ ਆ ਕੇ ਡਿੱਗ ਪਏ। ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਤੋ ਇਸ ਪ੍ਰਕਾਰ ਫਿਰ ਵਿਸ਼ਈ ਪੁਰਸ਼ ਵਿਸ਼ੇ ਭੋਗਣ ਰੂਪੀ ਧਰਤੀ ਤੇ ਆ ਡਿੱਗਦੇ ਹੈ। ਫਿਰ ਕਹਿੰਦੇ ਨੇ ਵੀ ਅਸੀਂ ਬ੍ਰਹਮ ਗਿਆਨੀ ਆ। ਇਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਕਮਾਇਆ ਨਹੀਂ, ਭਜਨ ਸਿਮਰਨ ਦੀ ਕਮਾਈ ਨਹੀਂ ਕੀਤੀ, ਆਪਾ ਭਾਵ ਗਵਾਇਆ ਨਹੀਂ, ਤੇ ਉਹਨਾਂ ਦੀਆਂ ਬਾਤਾਂ ਕੀ ਹੈ, ਕੂੜੀ ਕੂੜਾ ਠੀਸ, ਝੂਠਿਆਂ ਦੀਆਂ ਝੂਠੀਆਂ ਹੀ ਠੀਸ ਗੱਪਾਂ ਹਨ, ਪ੍ਰਾਪਤੀ ਨਹੀਂ ਹੈ ਉਹਨਾਂ ਨੂੰ ਹੋਈ ਵੀ। ਕੂੜੇ ਮੂਰਖ ਕੀ ਹਾ ਠੀਸਾ, ਉਹਨਾਂ ਦੀਆਂ ਗੱਪਾਂ ਨੇ ਇਹ। ਤੇ ਇਸੇ ਪ੍ਰਕਾਰ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਉਪਦੇਸ਼ ਦਾ ਸਿੱਖ ਮੁਖ ਦੁਆਰਾ ਪ੍ਰਸ਼ਨ ਕਰਤਾਰਪੁਰ ਸਾਹਿਬ ਤੇ ਦੂਜੇ ਅਰਥ ਦੇ ਵਿੱਚ ਫਰਮਾਨ ਕਰਦੇ ਨੇ। ਅੱਧੀ ਦੀ ਤੁਕ ਬੋਲਿਓ ਜੀ। ਇੱਕ ਦੂਜੀ ਬਾਹ ਲੱਖ ਹੋਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੁਣ ਪ੍ਰਸ਼ਨ ਕੀਤਾ ਕਿ ਮਹਾਰਾਜ ਪਰਮੇਸ਼ਰ ਨਾਲ ਕਿੰਨੀ ਕੁ ਪ੍ਰੀਤੀ, ਕਿਸ ਪ੍ਰਕਾਰ ਅੰਤਰੀ ਭਾਵ ਦੇ ਕਹਿੰਦੇ ਨੇ। ਇੱਕ ਜਿਹੜਾ ਅਖੰਡ ਦਾ ਬੋਧਕ ਹੈ ਪਰਮੇਸ਼ਰ, ਦੂ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ, ਦੂਸਰਾ ਨਹੀਂ ਉਹਦੇ ਵਰਗਾ, ਇੱਕ ਅਖੰਡ ਸਰੂਪ ਹੈ। ਮੇਰੇ ਜੀ ਦੇ ਅੰਦਰ ਭਾਉ, ਮੇਰੇ ਅੰਦਰ ਉਹਦਾ ਪ੍ਰੇਮ ਹੈ, ਮੇਰੇ ਅੰਦਰ ਉਹਦਾ ਡਰ ਹੈ। ਇਸ ਕਰਕੇ ਮੈਂ ਪ੍ਰੇਮਾ ਭਗਤੀ ਦੁਆਰਾ ਤੇ ਮੈਂ ਉਹਨੂੰ ਲਖ ਲਿਆ, ਜਾਣ ਲਿਆ ਹੋਏ, ਮੇਰੇ ਅੰਦਰ ਉਹਦੇ ਲਖ ਦੀ ਪ੍ਰੀਤੀ ਹੋ ਗਈ ਹੈ। ਮੇਰੀ ਕੇਵਲ ਉਹਦੇ ਨਾਲ ਪ੍ਰੀਤੀ ਹੈ। ਗੁਰਸਿੱਖੋ ਤੁਸੀਂ ਵੀ ਉਹਦੇ ਨਾਲ ਪ੍ਰੀਤੀ ਕਰੋ, ਉਹਦਾ ਹੀ ਡਰ ਧਾਰਨ ਕਰੋ, ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਲੱਖ ਹੋਵੇ ਲੱਖ ਈਸ।
ਤੇ ਦੂਸਰਾ ਫਿਰ ਇਹ ਹੈ ਵੀ ਰੋਮ ਰੋਮ ਦੇ ਵਿੱਚੋਂ ਅਵਸਥਾ ਬਦਲਦੀ ਜਾਪ ਸੁਣ ਲੱਗ ਜਾਂਦਾ ਹੈ। ਧਰਤ ਪਾਤਾਲ ਆਕਾਸ਼ ਹੈ ਮੇਰੀ ਜੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਗੁਰਸਿੱਖੋ ਜਦੋਂ ਨਾਮ ਧਿਆਓਗੇ ਤੁਹਾਡੀ ਅਵਸਥਾ ਰੋਮ ਰੋਮ ਦੀ ਬਣ ਜਾਊਗੀ। ਬਾਬੇ ਬੁੱਢੇ ਜੈਸੇ ਗੁਰਮੁਖਾਂ ਦੀ ਬਣੀ ਹੋਈ ਆ, ਕਹਿੰਦੇ ਤੁਹਾਡੇ ਵਿੱਚ ਕਈਆਂ ਗੁਰਮੁਖਾਂ ਦੀ ਬਣੀ ਹੈ। ਤੇ ਇਸ ਤੋਂ ਅੱਗੇ ਫਿਰ ਮਹਾਰਾਜ ਸਾਹਿਬ ਜੀ ਨੇ ਲੱਖ ਹੋਵੇ ਲੱਖ 20। ਮਹਾਰਾਜ ਕਹਿੰਦੇ ਲੱਖ ਸਰੂਪ ਤੇ 20 ਨਾ 20 ਦਾ ਹੁੰਦਾ 20 ਵਿਸਵੇ ਪੂਰਨ ਵਿਸ਼ਵਾਸ ਉਹਦੇ ਤੇ ਕਰਨਾ ਤੇ ਲੱਖ ਸਰੂਪ ਹੋ ਜਾਈਦਾ। ਫਿਰ ਜਿਨ ਜਾਤਾ ਸੋ ਤਿਸੁ ਹੀ ਜਿਹਾ। ਭਾਵ ਕੀ ਹੈ ਕਿ ਲੱਖ ਸਰੂਪ ਚ ਅਭੇਦ ਹੋ ਜਾਈਦਾ। ਹੋਰ ਵੀ ਮੁਮੁਕਸ਼ੂ ਉਹਨਾਂ ਦੁਆਰਾ ਤੇ ਉਹਨਾਂ ਤੋਂ ਪਰਮਾਤਮਾ ਦੀ ਸਿੱਖਿਆ ਲੈ ਕੇ 20 ਵਿਸਵੇ ਜਾਣ ਕੇ ਪੂਰਨ ਨਿਸ਼ਚਾ ਕਰਦੇ ਨੇ, ਉਹ ਵੀ ਲੱਖ ਸਰੂਪ ਹੋ ਜਾਂਦੇ ਨੇ। ਇਸ ਪ੍ਰਕਾਰ ਅੰਤਰੀ ਭਾਵ ਵਿੱਚ ਇਹ ਦੱਸਿਆ ਹੈ ਲੱਖ ਲੱਖ ਗੇੜਾ ਆਖੀਐ ਹੈ। ਤੇ ਲੱਖ ਸਰੂਪ ਦੇ ਲੱਖ ਲਖਣ ਵਾਸਤੇ ਜਾਣਨ ਵਾਸਤੇ ਜਿਹੜੇ ਇੱਕ ਜਗਦੀਸ਼ ਜਗਤ ਦੇ ਈਸ਼ਵਰ ਪਰਮਾਤਮਾ ਦੇ ਨਾਮ ਨੂੰ ਲੱਖ ਲੱਖਾਂ ਵਾਰੀ ਕਹਿੰਦੇ ਨੇ। ਤੇ ਇਹ ਸਿੱਧੇ ਤੌਰ ਤੇ ਵੀ ਮਹਾਂਪੁਰਖ ਵੱਡੇ ਸਤਿਕਾਰਯੋਗ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ 100-150 ਸਿੰਘਾਂ ਤੱਕ ਦੀ ਜਥੇ ਨੂੰ ਜਮਾਤ ਨੂੰ ਲੈ ਕੇ ਭਾਰਤ ਦੇ ਕੋਨੇ-ਕੋਨੇ ਵਿੱਚ ਘੁੰਮੇ। ਵਿਦਿਆ ਖੁੱਲ੍ਹੇ ਤੌਰ ਤੇ ਘੀ ਦੇ ਗੱਫੇ ਤੇ ਵਿਦਿਆ ਵਰਤਾਉਂਦੇ ਰਹੇ। ਮਹਾਂਪੁਰਖਾਂ ਦੇ ਜਥੇ ਵਿੱਚ ਇੱਕ ਗੱਲ ਬੜੀ ਪ੍ਰਸਿੱਧ ਸੀ ਵੀ ਪਿੰਡਰਾਂ ਵਾਲੇ ਜਥੇ 24 ਘੰਟੇ ਬਾਣੀ ਦਾ ਜਾਪ ਚੱਲਦਾ। ਉਹ ਕਿਵੇਂ? ਕਈਆਂ ਨੇ 101 ਪਾਠ ਜਪਜੀ ਸਾਹਿਬ ਦਾ ਕਰਨਾ, ਕਈ ਨੇ 51 ਕਰਨੇ ਆ, ਤੇ ਕਈਆਂ ਨੇ ਮੂਲ ਮੰਤਰ 36 ਲੱਖ ਦਾ ਜਾਪ ਕਰਿਆ ਹੋਇਆ, ਕਈਆਂ ਨੇ ਵਾਹਿਗੁਰੂ ਮੰਤਰ 25,000 ਕਰਨਾ ਹੈ, ਕਈਆਂ ਨੇ 1 ਲੱਖ ਰੋਜ਼ ਦਾ ਜਾਪ ਕਰਨਾ ਹੈ। ਉਹ ਕਈਆਂ ਦਾ ਨਿਤਨੇਮ ਜਾ ਕੇ ਅੱਧੀ ਰਾਤ ਸਮਾਪਤ ਹੁੰਦਾ ਸੀ, ਕਈਆਂ ਦਾ ਅੱਧੀ ਰਾਤ ਸ਼ੁਰੂ ਹੋ ਜਾਂਦਾ ਸੀ। ਹੁਣ ਕਈਆਂ ਨੇ 12:30 ਵਜੇ ਤੱਕ 1 ਵਜੇ ਤੱਕ ਉਹ ਨਿਤਨੇਮ ਪੂਰਾ ਹੋਇਆ, ਦੂਜੇ ਇਸ਼ਨਾਨ ਕਰਕੇ 12:30 1 ਵਜੇ ਉਹਨਾਂ ਨੇ ਜਾਪ ਸ਼ੁਰੂ ਕਰਤਾ। ਅਖਬਾਰ ਨਹੀਂ ਸੀ ਪੜ੍ਹਨ ਦਿੰਦੇ ਤੇ ਦੁਨਿਆਵੀ ਗੱਲਾਂ ਨਹੀਂ ਸੀ ਕਰਨ ਦਿੰਦੇ। ਉਹ ਜਥੇ ਦੇ ਵਿੱਚ 1-2 ਗੁਰਮੁਖਾਂ ਨੇ ਅਭਿਆਸ ਕਰਦਿਆਂ ਮਹਾਂਪੁਰਖਾਂ ਨੂੰ ਦੱਸਿਆ, ਕਹਿੰਦੇ ਮਹਾਰਾਜ ਜੀ ਵੀ 20 ਘੰਟੇ ਲੱਗੇ ਮੈਨੂੰ, 20 ਘੰਟੇ ਦੇ 1 ਲੱਖ ਵਾਰੀ ਵਾਹਿਗੁਰੂ ਮੰਤਰ ਦਾ ਜਾਪ ਹੋ ਗਿਆ। ਸੋ ਇਸ ਕਰਕੇ ਸਾਧ ਸਿੰਘ ਜੀ ਉਚਰੋ ਰਾਮ ਨਾਮ ਲੱਖ ਵਾਰੀ। ਇਹ ਐਵੇਂ ਥੋੜੀ ਕਹਤਾ ਹੈ ਗੁਰਸਿੱਖ ਕਹੇ ਜੇ। ਹੁਣ ਆ ਦੂਸਰੇ ਭਾਈਆਂ ਨੂੰ ਜਿਹੜੇ ਇੱਕ ਵਾਰੀ ਵੀ ਵਾਹਿਗੁਰੂ ਨੂੰ ਕਹਿੰਦੇ, ਜਿਹੜੇ ਕਹਿਣਗੇ ਇਹ ਤਾਂ ਐਵੇਂ ਤੋਤਾ ਰੱਟਣਾ ਹੈ, ਉਹਨਾਂ ਨੂੰ ਹਜਮ ਹੋ ਜਾਣਗੀਆਂ ਭਲਾ ਇਹ ਗੱਲਾਂ? ਉਹ ਕਹਿਣਗੇ ਜੀ ਮਿੱਥਿਆ, ਇਹਦੀ ਲੋੜ ਹੀ ਨਹੀਂ ਹੈ। ਸੋ ਇਸ ਕਰਕੇ ਐਸੀਆਂ ਕਮਾਈਆਂ ਵਾਲਿਆਂ ਤੋਂ ਬਲਿਹਾਰ ਜਾਈਏ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਏਕ ਨਾਮ ਜਗਦੀਸ਼, ਉਹ ਇੱਕ ਜਗਤ ਦੇ ਈਸ਼ਵਰ ਵਾਹਿਗੁਰੂ ਦਾ ਨਾਮ। ਇਸ ਪ੍ਰਕਾਰ ਬੋਲਦੇ ਹੈ, ਬੋਲਣਾ ਚਾਹੀਦਾ ਹੈ। ਏਤ ਰਾਹੇ ਪਤ ਪਵੜੀਆ, ਜਿੰਨੇ ਵੀ ਪਰਮਾਰਥੀ ਲੋਕ ਹਨ ਪਰਮਾਤਮਾ ਦੀ ਪ੍ਰਾਪਤੀ ਦੀਆਂ ਇਹ ਰਾਹ ਮੰਨੇ ਨੇ। ਏਤ ਇਹ ਅਪਰੋਖ ਗਿਆਨ ਰੂਪੀ ਰਾਹੇ ਰਸਤਿਆਂ ਦਾ, ਇਹ ਰਾਹਾਂ ਦਾ ਪਤ ਪਤੀ ਹੋਈ ਹੈ, ਭਾਵ ਮਾਲਕ ਹੈ, ਇਹ ਵੱਡਾ ਹੈ। ਇਸ ਕਰਕੇ ਸਤ ਭੂਮਿਕਾ ਰੂਪ ਇਹ ਤੁਰੀਆ ਪਾਦੀਆਂ ਚੜੀਏ ਹੋਏ 21। ਇਹ ਪਬੜੀਆਂ ਪੌੜੀਆਂ ਤੇ ਚੜੀਏ, ਚੜ ਜਾਈਦਾ। ਫਿਰ 21 ਕੀਦਾ ਇੱਕ ਈਸ਼ਵਰ ਦਾ ਰੂਪ ਹੋ ਜਾਈਦਾ, ਉਹਦਾ ਸਰੂਪ ਬਣ ਜਾਂਦੇ ਹਨ। ਸੁਣ ਗੱਲਾ ਆਕਾਸ਼ ਕੀ, ਜਿਹਦਾ ਭਾਸ ਰੂਪ ਡਾਰੀਆਂ ਪਾਉਣ ਵਾਲੇ ਜਿਹੜੇ ਬ੍ਰਹਮ ਗਿਆਨੀ ਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ, ਜੈਸਾ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਐ ਫਿਰ ਸੁਣ ਕੇ ਗੱਲਾਂ ਵੀ ਅਸੀਂ ਵੀ ਪਰਮੇਸ਼ਰ ਬਣੀਏ, ਅਸੀਂ ਵੀ ਪੂਜਾ ਕਰਾਈਏ, ਇਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਕੀਟਾ ਆਈ ਰੀਸ। ਉਹ ਕੀੜਿਆਂ ਦੀ ਨਿਆਈ ਨਿਸ਼ਰਦਕ ਵਿਸ਼ਈ ਪੁਰਸ਼, ਕੋਈ ਸ਼ਰਧਾ ਨਹੀਂ, ਸਾਧਨ ਨਹੀਂ, ਤੇ ਉਹਨਾਂ ਨੂੰ ਵੀ ਰੀਸ ਆ ਜਾਂਦੀ ਹੈ ਕਿ ਅਸੀਂ ਗੁਰੂ ਉਪਦੇਸ਼ ਕਮਾਏ ਤੋਂ ਬਿਨਾਂ ਹੀ ਵਾਹਿਗੁਰੂ ਦੀ ਪ੍ਰਾਪਤੀ ਕਰ ਲਵਾਂਗੇ। ਰੀਸ ਕਰਨ ਨਾਲ ਥੋੜੀਆਂ ਉਡਾਰੀਆਂ ਮਾਰਨ ਵਾਲੇ ਰੀਸ ਕਰਦੇ ਆ। ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰਖੜੀਆਂ, ਨਾਨਕ ਨਜ਼ਰੇ ਪਾਈਐ। ਤੇ ਇਹਨਾਂ ਅਵਸਥਾ ਦਾ ਇਹ ਅਵਸਥਾ ਤਾਂ ਗੁਰੂ ਦੀ ਦਾਤ ਹੈ ਭਾਈ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਨਾਨਕ ਸ਼ਬਦ ਆਇਆ ਕਿ ਗੁਰੂ ਦੇ ਗਿਆਨ ਰੂਪੀ ਨਦਰ ਕਿਰਪਾ ਕੀ ਠਾਕ ਅਵਲੋਕਨ ਕੀ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਕਿਰਪਾ ਹੋ ਗਈ, ਗੁਰ ਕਿਰਪਾ ਜਾਏ ਨਰਕੋ ਕੀ ਨਹੀਂ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਪਇਓ ਗੋਬਿੰਦ ਸਿਉ ਜੋ ਪਾਨੀ ਸੰਗ ਪਾਨੀ।
ਉਹਦਾ ਰੂਪ ਹੋ ਜਾਂਦੇ। ਤੋ ਇਸ ਕਰਕੇ ਉਸ ਦੀ ਪ੍ਰਾਪਤੀ ਨਾਨਕ ਨਦਰੀ ਪਾਈ ਹੈ। ਗੁਰੂ ਦੀ ਨਦਰ ਕਿਰਪਾ ਦੁਆਰਾ ਉਸ ਬ੍ਰਹਮ ਦੀ ਲਖਤਾ ਹੋ ਜਾਂਦੀ ਹੈ। ਕੂੜੀ ਕੂੜਾ ਠੀਸ, ਬਾਕੀ ਤਾਂ ਝੂਠਿਆਂ ਦੀਆਂ ਝੂਠੀਆਂ ਠੀਸ ਕੀ ਇਹ ਗੱਪਾਂ ਹੀ ਨੇ ਨਾ। ਉਹ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਪਰ ਐਕਣ ਹੁੰਦਾ ਨਹੀਂ ਹੁੰਦਾ। ਉਹਦੇ ਵਿੱਚ ਕੂੜੀ ਕੂੜਾ ਠੀਸ, ਇਹਦੇ ਤੇ ਸੰਪਰਦਾ ਦੇ ਮਹਾਂਪੁਰਸ਼ ਜਿਹੜੇ ਤਾਂ ਭਾਈ ਮਨੀ ਸਿੰਘ ਦੀ ਸੰਪਰਦਾ ਵਾਲੇ ਮਹਾਂਪੁਰਸ਼ ਹੈ, ਤੇ ਉਹਨਾਂ ਨੇ ਵੀ ਚਲੋ ਕਿਸੇ ਥਾਂ ਤੇ ਪੜ੍ਹਿਆ ਹੋਊਗਾ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਗਲਤ ਕਿਹਾ, ਤੇ ਉਹਨਾਂ ਨੇ ਵੀ ਕਿਸੇ ਗ੍ਰੰਥ, ਕਿਉਂਕਿ ਇੱਕ ਇੱਕ ਸਾਖੀ ਕਈ ਥਾਂ ਤੇ ਨਾ ਉਹਦੇ ਦੋ ਦੋ ਰੂਪ ਮਿਲਦੇ ਆ, ਕੋਈ ਇਸ ਤਰ੍ਹਾਂ ਦੀ ਬਾਤ ਨਹੀਂ। ਤੇ ਉਹਨਾਂ ਮਹਾਂਪੁਰਖਾਂ ਨੇ ਤਾਂ ਲਿਖਿਆ ਅੰਮ੍ਰਿਤਸਰ ਦੇ ਵਿਦਵਾਨ ਜਿਹੜੇ ਭਾਈ ਮਨੀ ਸਿੰਘ ਦੀ ਸੰਪਰਦਾ ਦੇ, ਵੀ ਇਹ ਜਲਾਹੇ ਤੇ ਕਬੀਰ ਦੀ ਸਾਖੀ ਹੈ। ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਅਰਥ ਇੱਕ ਓੰਕਾਰ ਤੋਂ 18, 10, 20 ਤੱਕ ਜਦੋਂ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਏ, ਅੱਖਰ ਅੱਖਰ ਸੁਣਿਆ, ਉਹਦੇ ਵਿੱਚ ਮਹਾਂਪੁਰਖਾਂ ਨੇ ਕਿਹਾ ਵੀ ਜੱਟ ਤੇ ਕਬੀਰ ਦੀ ਸਾਖੀ ਹੈ। ਉਹਨਾਂ ਨੇ ਇਹ ਨਿਰਣਾ ਕੀਤਾ ਹੈ, ਤੇ ਨਾਲ ਇਹ ਵੀ ਕਿਹਾ, ਕਹਿੰਦੇ ਕਈ ਜਲਾਹੇ ਦੀ ਮੰਨਦੇ ਨੇ, ਕਹਿੰਦੇ ਨਹੀਂ ਜੱਟ ਦੀ ਹੈ, ਐ ਨਿਸ਼ਚੇ ਨਾਲੇ ਕਿਹਾ ਸੰਤਾਂ ਨੇ। ਸੋ ਭਾਈ ਆਪਣੇ ਆਪਣੇ ਮਹਾਂਪੁਰਸ਼ਾਂ ਤੇ ਨਿਸ਼ਚਾ ਹੁੰਦਾ ਹੈ, ਤੇ ਆਪਾਂ ਸਿਧਾਂਤ ਕੱਢਣਾ ਵਿੱਚੋਂ। ਉਹ ਗੱਲ ਕੀ ਹੋਈ, ਕਬੀਰ ਸਾਹਿਬ ਜੀ ਕਾਂਸੀ ਦੇ ਵਿੱਚ ਬਨਾਰਸ ਦੇ ਵਿੱਚ ਨਿਵਾਸ ਰੱਖਦੇ ਸੀ। ਇਹਨਾਂ ਦਾ ਜਸ ਸੀ ਜਿਹੜਾ ਉਹ ਪੂਰੇ ਭਾਰਤ ਦੇ ਕੋਨੇ-ਕੋਨੇ 'ਚ ਫੈਲ ਗਿਆ ਸੀ। ਗੰਗਾ ਦੀਆਂ ਜੰਜੀਰਾਂ ਟੁੱਟ ਜਾਣੀਆਂ, ਜੰਜੀਰ ਸੰਗਲਾਂ ਨਾਲ ਬੰਨ੍ਹ ਕੇ ਉਹਦੇ ਸਿੱਟਣਾ, ਹਾਥੀ ਮੂਹਰੇ ਸਿੱਟਣਾ, ਤੇ ਇਹ ਬੜੇ ਬੜੇ ਕਰਤਵ ਨਾਮਦੇਵ ਜੀ ਦੇ, ਕਬੀਰ ਸਾਹਿਬ ਜੀ ਦੇ, ਰਵਿਦਾਸ ਜੀ ਦੇ ਹੋਏ। ਸ਼ੋਭਾ ਬਹੁਤ ਫੈਲ ਗਈ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹਿ ਛਪੈ। ਉਹਦਾ ਕਾਰਨ ਹੈ ਪਰਮਾਤਮਾ ਕਹਿੰਦਾ ਹੈ ਕਿ ਤੂੰ ਮੈਨੂੰ ਪ੍ਰਗਟ ਕਰ ਰਿਹਾ ਸੰਸਾਰ ਵਿੱਚ, ਮੇਰਾ ਨਾਮ ਜਪਾ ਰਿਹਾ, ਆਪ ਜਪਿਆ ਵਰੈ ਨਾਮ ਜਪਾਵੈ। ਤੂੰ ਮੇਰੀ ਉਸਤਤ ਕਰਦਾ ਹੈ, ਬਦਲੇ ਵਿੱਚ ਮੈਂ ਤੇਰੀ ਉਸਤਤ ਕਰਾਉਂ ਇਹਨਾਂ ਲੋਕਾਂ ਤੋਂ ਹੀ, ਜਿਨ੍ਹਾਂ ਲੋਕਾਂ ਦੇ ਵਿੱਚ ਤੂੰ ਮੇਰੀ ਉਸਤਤ ਕਰਾ ਰਿਹਾ, ਮੈਂ ਤੇਰੀ ਉਸਤਤ ਇੱਥੇ ਕਰਾਉਂ। ਨਗਦੋ ਨਗਦੀ ਹੈ ਸੌਦਾ। ਰੱਬ ਦੀ ਜਿਹੜਾ ਉਸਤਤ ਕਰੂਗਾ, ਪਰਮਾਤਮਾ ਉਹਦੀ ਉਸਤਤ ਕਈ ਹਿੱਸੇ ਵੱਧ ਕਰਾ ਦਿੰਦਾ ਹੈ। ਹੁਣ ਉੱਥੇ ਆ ਕੇ ਜੇ ਤਾਂ ਵਡਿਆਈ ਦੇ ਵਿੱਚ ਹੰਕਾਰ ਹੋ ਗਿਆ ਵੀ ਮੇਰੀ ਵਡਿਆਈ ਹੁੰਦੀ ਹੈ, ਫਿਰ ਤਾਂ ਫੇਲ ਹੋ ਗਿਆ। ਜੇ ਸਮਝੇ ਵੀ ਵਡਿਆਈ ਪਰਮੇਸ਼ਰ ਦੀ ਹੈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਫਿਰ ਇਹ ਵਡਿਆਈ ਕੱਖ ਵੀ ਨਹੀਂ ਵਿਗਾੜ ਸਕਦੀ। ਹੁਣ ਕਬੀਰ ਸਾਹਿਬ ਜੀ ਇਸ ਅਵਸਥਾ ਵਿੱਚ ਵਡਿਆਈ ਜੀ ਹੁੰਦੀ ਹੈ, ਉਹਨਾਂ ਤਾਂ ਨਿਸ਼ਚੈ ਹੈ ਮੈਂ ਨਹੀਂ, ਮੈਂ ਕੁਛ ਵੀ ਨਹੀਂ ਹਾਂ, ਜਿਵੇਂ ਨਾਮਦੇਵ ਨੇ ਕਿਹਾ, ਔਰ ਕਬੀਰ ਨੇ ਕਿਹਾ ਕਬੀਰ ਮੇਰਾ ਮੁਝ ਮੇਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਦੇ ਕਿਆ ਲਾਗੇ ਮੇਰਾ। ਕਬੀਰ ਸਾਹਿਬ ਦਾ ਜਸ ਸੁਣ ਕੇ ਇੱਕ ਜੱਟ ਦੇ ਮਨ 'ਚ ਫੁਰਨਾ ਆਇਆ, ਕਹਿੰਦਾ ਜਲਾਹਿਆਂ ਦੇ ਘਰ ਜਨਮ ਹੋਇਆ, ਗਰੀਬ ਤਾਣਾ ਬਾਣਾ ਤੁਣਨ ਵਾਲੇ ਨੀਰੂ ਤੇ ਨੀਮਾ, ਉਹ ਮੁਸਲਮਾਨ ਸੀ, ਜੰਮੇ ਸੀ ਕਬੀਰ ਸਾਹਿਬ ਜੀ ਹਿੰਦੂਆਂ ਦੇ ਘਰ। ਪਾਣਾ ਕਿਸ ਐਸਾ ਵਰਤ ਗਿਆ, ਉਹ ਜਦੋਂ ਕਬੀਰ ਸਾਹਿਬ ਜੀ ਦੀ ਅੱਗੇ ਕਿਤੇ ਗੱਲ ਕਰਾਂਗੇ ਉਹਦੇ 'ਚ ਸਾਰੀ ਸਾਖੀ ਆ ਜਾਊਗੀ। ਹੁਣ ਇੰਨਾ ਸਹਿਮਾ ਨਹੀਂ ਹੈ ਕਬੀਰ ਦਾ ਜਨਮ ਕਿਵੇਂ ਹੋਇਆ ਤੇ ਪਾਲਣ ਪੋਸ਼ਣਾ ਕਿਵੇਂ ਹੋਈ। ਇਹ ਬ੍ਰਾਹਮਣੀ ਦੀ ਕੁੱਖ ਤੋਂ ਜਨਮੇ, ਤਾਂ ਬ੍ਰਾਹਮਣੀ ਦੀ ਕੁੱਖ ਤੋਂ ਪਾਲਣ ਪੋਸ਼ਣਾ ਹੋਣ ਕਰਕੇ ਮੁਸਲਮਾਨਾਂ ਵਾਲਾ ਹੀ ਨਾਮ ਰੱਖਿਆ ਗਿਆ, ਤੇ ਉੱਥੇ ਹੀ ਪਾਲਣ ਪੋਸ਼ਣਾ ਹੋਈ ਸੀ। ਇਸ ਕਰਕੇ ਸੰਸਕਾਰ ਇਹਨਾਂ ਦੇ ਉਹੀ ਰਹੇ। ਤੇ ਜੱਟ ਨੇ ਕਿਹਾ ਜਲਾਹੇ ਦਾ ਏਡਾ, ਥੋੜੇ ਜਿਹੇ ਨਾਸਤਕ ਖਿਆਲਾਂ ਦਾ ਸੀ ਜੱਟ, ਉਹ ਕਬੀਰ ਦੇ ਕੋਲ ਹੀ ਆ ਗਿਆ ਕਦੇ। ਕਬੀਰ ਸਾਹਿਬ ਨੇ ਕਿਹਾ ਆਓ ਜੀ ਤੇ ਬੈਠੋ। ਸਰਦਾਰ ਜੀ ਕਿਵੇਂ ਆਏ ਤੁਸੀਂ ਅੱਜ ਮੇਰੇ ਕੋਲ? ਉਹ ਕਹਿੰਦੇ ਕਬੀਰ ਜੀ ਮੈਂ ਤਾਂ ਪੁੱਛਣਾ ਆਇਆ ਵੀ ਤੂੰ ਜਲਾਹਿਆਂ ਦੇ ਘਰ ਪੈਦਾ ਹੋਇਆ, ਤੇਰਾ ਐਡੀ ਸੋਭਾ ਹੋ ਰਹੀ ਆ, ਅਸੀਂ ਜੱਟਾਂ ਦੇ ਘਰ ਪੈਦਾ ਹੋਏ, ਇੰਨੀਆਂ ਜ਼ਮੀਨ ਜਾਇਦਾਦਾਂ, ਸਾਨੂੰ ਪੁੱਛਦਾ ਕੋਈ ਨਹੀਂ, ਤੇ ਤੁਹਾਡਾ ਸਤਿਕਾਰ ਬੜਾ ਹੁੰਦਾ ਹੈ, ਇਹ ਕੀ ਚਾਹੁੰਦਾ? ਉਹ ਕਹਿੰਦਾ ਜੱਟ ਕਹਿੰਦਾ ਮੇਰੀ ਵੀ ਸਲਾਹ ਵੀ ਮੈਂ ਵੀ ਕਬੀਰ ਬਣ ਜਾ, ਯਾਨੀ ਤੇਰੇ ਵਰਗਾ ਜਸ ਹੋਣ ਲੱਗ ਜਾਏ ਮੇਰਾ। ਉਹ ਕਹਿੰਦਾ ਭਾਈ ਇਹ ਥੋੜਾ ਜਿਹਾ ਔਖਾ ਹੈ ਕੰਮ। ਉਹਨੇ ਦੇਖ ਲਿਆ ਵੀ ਜੱਟ ਦੇ ਦਿਮਾਗ 'ਚ ਬ੍ਰਹਮ ਗਿਆਨ ਤਾਂ ਨਹੀਂ ਪੈਣਾ, ਜਿਹੜੀ ਗੱਲ ਇਹਦੇ ਦਿਮਾਗ 'ਚ ਪੈ ਜਾਵੇ ਮੈਂ ਉਹ ਸਾਂ। ਉਹ ਕਹਿੰਦਾ ਭਾਈ ਇਹਦਾ ਕਾਰਨ ਤਾਂ ਮੇਰੀ ਲੋਈ ਹੈ, ਮੇਰੀ ਸ਼ੋਭਾ ਤਾਂ ਮੇਰੇ ਘਰ ਵਾਲੀ ਨੇ ਵਧਾਈ ਹੈ ਜਾਂ ਮੇਰੇ ਰਾਮ ਨੇ ਵਧਾਈ ਹੈ, ਇਹ ਦੋਨਾਂ ਨੇ ਹੈ। ਰਾਮ ਦਾ ਨਾਮ ਜਪਿਆ ਉਹਨੇ ਵਧਾ ਦਿੱਤੀ,
ਮੇਰੀ ਘਰ ਵਾਲੀ ਆਗਿਆਕਾਰ ਹੈ ਬਹੁਤ। ਕਹਿੰਦਾ ਲੈ ਤੇਰੇ ਘਰ ਵਾਲੀ ਬਾਹਲੀ ਆਗਿਆਕਾਰ ਹੈ ਕਿ ਮੇਰੇ ਘਰ ਵਾਲੀ ਨਹੀਂ ਆਗਿਆਕਾਰ। ਉਹ ਕਹਿੰਦਾ ਵੀ ਮੈਂ ਬਹਿਸ ਨਹੀਂ ਕਰਦਾ, ਵੀ ਚੰਗਾ ਮੈਂ ਤੈਨੂੰ ਦਿਖਾ ਦੇਣਾ ਕਰ ਦੋ। ਕਹਿੰਦਾ ਲੋਈ ਭਾਂਡੇ ਉੱਥੇ ਛੱਡ ਕੇ। ਹਾਂ ਜੀ ਭਾਂਡੇ ਮਾਂਜ ਤੁਸੀਂ ਉੱਥੇ ਛੱਡੇ। ਆ ਬਦੋਸ਼ੀ ਨਿਰਮਲ ਦਾਸ ਜੀ ਹੋਏ ਨੇ ਬਾਬਾ ਬੀਰਮ ਦਾਸ ਦੇ ਡੇਰੇ। ਰਾਮ ਜੀ ਦਾਸ ਨੇ ਆਵਾਜ਼ ਮਾਰਨੀ, ਨਿਰਮਲ ਦਾਸ। ਹਾਂ ਗੁਰੂ ਜੀ। ਜੇ ਧਾਰ ਚਾਹੁੰਦਾ ਬਾਲਟੀ ਉੱਥੇ ਛੱਡ ਕੇ ਆ ਕੇ ਹਾਜ਼ਰ ਹੋ ਗਏ। ਉਹ ਕੀ ਕਰਦਾ ਸੀ, ਮੈਂ ਜੀ ਮੱਝ ਦੀ ਧਾਰ ਚਾਹੁੰਦਾ ਸੀ। ਉਹ ਨਾ ਭਾਈ ਜਾ ਪਹਿਲਾਂ ਧੜ ਪੌੜੀਆਂ ਚੜ੍ਹਦਾ, ਇੱਕ ਪੌੜੀ ਗਾਹਾਂ ਨਹੀਂ ਚੜ੍ਹਨੀ, ਉੱਥੋਂ ਹੇਠਾਂ ਮੁੜ ਆਉਣਾ। ਫਿਰ ਉਹ ਨਿਰਮਲ ਦਾਸ ਜੀ ਮਹੰਤ ਹੋਏ ਇਸ ਦੇ, ਚਲੋ ਹੁਣ ਤਾਂ ਚੜ੍ਹਾਈ ਕਰ ਗਏ। ਉਹਨੇ ਕਿਹਾ ਲੋਈ ਉੱਥੇ ਭਾਂਡੇ ਛੱਡ ਕੇ। ਹਾਂ ਜੀ। ਕਹਿੰਦੇ ਆਕਾਸ਼ ਦੇ ਵਿੱਚ ਬੱਦਲ ਹੋ ਗਏ ਬਹੁਤ ਸਾਰੇ, ਆਕਾਸ਼ ਜਮਾਂ ਹੀ ਸਾਫ਼, ਬੱਦਲ ਹੋ ਗਏ ਬਹੁਤ ਸਾਰੇ। ਕਿਤੇ ਮੀਂਹ ਪੈ ਕੇ ਨਾ ਆਪਣਾ ਕੋਠਾ ਨਾ ਚੋਣ ਲੱਗ ਜਵੇ, ਵੀ ਤੂੰ ਨੱਠ ਕੇ ਜਾ ਕੇ ਨਾ ਜਲਦੀ ਦੇ ਕੇ ਮਿੱਟੀ ਲੈ ਕੇ ਆ। ਕਹਿੰਦੀ ਲਓ ਜੀ ਮੈਂ ਹੁਣੇ ਗਈ, ਮਿੱਟੀ ਲੈ ਆਂਦੀ। ਕਹਿੰਦੇ ਕੁੱਟ ਕੇ ਇਹਨੂੰ ਕਪੜ ਛਾਣ ਕਰ ਦੇ। ਕਹਿੰਦੇ ਲਓ ਜੀ ਕਪੜ ਛਾਣ ਕਰਤੀ। ਕਹਿੰਦੀ ਸਵਾਮੀ ਜੀ ਹੁਣ ਕੀ ਕਰਾਂ। ਕਹਿੰਦੇ ਘੀ ਹੈਗਾ ਕੁਛ ਪਿਆ। ਕਹਿੰਦੀ ਹਾਂ ਕਦੇ ਤਾਂ ਕੁਛ ਵੀ ਨਹੀਂ ਸੀ ਹੁੰਦਾ, ਘੀ ਹੈਗਾ। ਜਾਂ ਘੀ ਲੈ ਕੇ ਇਹਦੇ ਵਿੱਚ ਪਾ ਕੇ ਨਾ ਇਹਨੂੰ ਗੁੰਨ ਦੇ ਮਿੱਟੀ ਨੂੰ। ਜੱਟ ਦੇਖਦਾ ਰਿਹਾ, ਮਿੱਟੀ ਗੁੰਨਤੀ। ਕਹਿੰਦੀ ਜੀ ਹੁਣ। ਕਹਿੰਦੇ ਹੁਣ ਤੂੰ ਜਾ ਕੇ ਪਨਾਲਾ ਲਿਪ ਦੇ ਤਾਂ ਕਿ ਥੰਧਿਆਈ ਦੇ ਨਾਲ ਨਾ ਉਹ ਫਿਰ ਪਾਣੀ ਤਿਲਕ ਜਾਊਗਾ, ਵੀ ਕੋਠਾ ਨਹੀਂ ਚੋਊਗਾ। ਜਾਂ ਇਹ ਵੀ ਰੱਖਿਆ ਵੀ ਇਹਦੇ ਦੀਵੇ ਬਣਾ ਕੇ ਰੱਖਿਆ ਹੁਣ ਤੂੰ ਜਿੱਥੋਂ ਮਿੱਟੀ ਲੈ ਕੇ ਆਈ ਆ। ਕਹਿੰਦੇ ਜੀ 7 ਵਜਨ ਓਕਣੇ ਕਰਿਆਈ। ਉਹ ਕਬੀਰ ਸਾਹਿਬ ਕਹਿੰਦੇ ਜੱਟ ਨੂੰ ਕਹਿੰਦੇ ਦੇਖ ਲਿਆ ਕਿਤੇ ਕਿੰਤੂ ਕੀਤਾ, ਸਾਰੇ ਪੁੱਠੇ ਕੰਮ ਸੀ। ਕਹਿੰਦੇ ਇਸ ਕਰਕੇ। ਕਹਿੰਦਾ ਲਓ ਜੀ। ਕਹਿੰਦਾ ਤਾਂ ਜਮਾ ਹੀ ਸੌਖਾ ਕੰਮ ਹੈ। ਘਰ ਗਿਆ ਜਾਨਸਾਰ ਕਹਿੰਦਾ ਭਾਗਾਂ ਵਾਲੀਏ ਅੱਜ ਤੈਨੂੰ ਭਾਗਾਂ ਵਾਲੀ ਦੇਖਣ ਲੱਗ ਗਈ, ਪਹਿਲਾਂ ਤਾਂ ਜਦੇ ਲੜ ਪਈ। ਉਹ ਕਹਿੰਦਾ ਵੀ ਤੂੰ ਐਂ ਕਰ ਆਕਾਸ਼ 'ਚ ਬੱਦਲ ਹੋ ਗਏ ਬਈ ਮੀਂਹ ਪੈ। ਕਹਿੰਦੀ ਅੰਨਾ ਹੋ ਗਿਆ ਤੂੰ ਲੱਗਦਾ ਆਕਾਸ਼ 'ਚ। ਕਹਿੰਦੀ ਆਕਾਸ਼ ਦੇ 'ਚ ਬੱਦਲ ਇੱਕ ਵੀ ਨਹੀਂ ਤੈਨੂੰ ਦਿਸਣ ਤੇ ਹਟ ਗਿਆ ਹੋਊਗਾ। ਕੀ ਹੋ ਗਿਆ ਤੈਨੂੰ ਅੱਜ। ਉਹ ਕਹਿੰਦਾ ਗੱਲ ਸੁਣ ਲੈ, ਅੱਜ ਨਾ ਮੇਰੇ ਨਾਲ ਲੜ, ਮੇਰੀ ਮਜਬੂਰੀ ਹੈ। ਜਿਵੇਂ ਮੈਂ ਕਹਿਣਾ ਨਾ ਮੈਂ ਤੇਰੀ ਮਿਹਨਤ ਕਰਦਾ, ਤੂੰ ਉੱਕਣੀ ਮੰਨ ਲੈ। ਕਹਿੰਦੀ ਹਾਂ ਦੱਸ ਕੀ ਕਰਾਂ। ਕਹਿੰਦੀ ਜਾ ਮਿੱਟੀ ਲੈ ਕੇ ਆ। ਕਹਿੰਦੀ ਤੇਰੀ ਤਾਂ ਮੱਤ ਵੀ ਮਾਰੀ ਗਈ। ਉਦੋਂ ਬੀਬੀਆਂ ਬਾਹਰ ਨਹੀਂ ਸੀ ਜਾਂਦੀਆਂ ਹੁੰਦੀਆਂ। ਕਹਿੰਦੀ ਜਨਾਨੀਆਂ ਵੀ ਬਾਹਰ ਜਾਂਦੀਆਂ, ਮਿੱਟੀ ਸਿਰ 'ਚ ਮਾਰਨੀਆਂ ਤੇ ਜਾਣਾ ਤਾਂ ਤੂੰ ਜਾ, ਮੈਨੂੰ ਕਦੇ ਭੇਜਦਾ। ਕਹਿੰਦਾ ਨਹੀਂ ਨਹੀਂ ਤੂੰ ਅੱਜ ਨਾ ਮੰਨ ਕੇ ਮੇਰੀ ਗੱਲ ਮੰਨ ਲੈ। ਕਹਿੰਦੀ ਚੰਗਾ। ਗਈ ਜਾ ਕੇ ਭਗਾ ਕੇ ਮਾਰੀ। ਕਹਿੰਦੀ ਲੈ ਮਾਰ ਲੈ ਸਿਰ 'ਚ ਇਹਨੂੰ, ਅਗੇ ਮਿੱਟੀ ਲਿਆ। ਬੁੜਬੁੜ ਕਰਦੀ ਉਹ ਚਲੀ ਗਈ। ਕਹਿੰਦਾ ਨਹੀਂ ਇਹਨੂੰ ਕੁੱਟ ਕੇ ਬਰੀਕ ਕਰ। ਕਹਿੰਦੀ ਲੈ ਕੇ ਮਾਈਆਂ ਕੁੱਟ ਕੇ ਤੂੰ ਬਰੀਕ ਕਰ ਲੈ। ਕਹਿੰਦਾ ਨਹੀਂ ਤੇਤੋਂ ਹੀ ਕਰਾਉਣੀ ਆ, ਕੁੱਟ ਕੇ ਬਰੀਕ ਕਰ। ਕਹਿੰਦਾ ਕਬੜ ਛਾਣ ਕਰ ਦੇ। ਉਹ ਕਹਿੰਦੀ ਮੈਂ ਤਾਂ ਹੈਰਾਨ ਹੈ ਤੇਰੇ ਕੋਲੋਂ ਵੀ ਮਿੱਟੀ ਨੂੰ ਵੀ ਕੋਈ ਕਬੜ ਛਾਣ ਕਰਦਾ। ਕਹਿੰਦਾ ਕਰ ਦੇ। ਕਹਿੰਦੀ ਕਰਤੀ। ਕਹਿੰਦੇ ਹੁਣ ਕੀ ਕਰਨਾ ਤਾਂ ਇਹਦਾ। ਕਹਿੰਦਾ ਘੀ ਪਿਆ। ਅਖੇ ਹਾਂ ਘੀ ਤਾਂ ਪਿਆ, ਜੱਟਾਂ ਦੇ ਘਰ ਘੀ ਤਾਂ ਆਮ ਇਹ ਹੁੰਦਾ ਸੀ, ਘੀ ਦਾ ਪੀਪਾ ਭਰਿਆ ਪਿਆ। ਕਹਿੰਦਾ ਲਿਆ ਕੇ ਘੀ ਨਾ ਗਰਮ ਕਰਕੇ ਭੰਗਲਾ ਕੇ ਇਹਦੇ ਵਿੱਚ ਪਾ ਕੇ ਗੁੰਨ ਦੇ, ਤੇ ਗੁੰਨ ਕੇ ਨਾ ਕਹਿੰਦੇ ਜਾ ਕੇ ਬਨੇਰਾ ਲਿਪਿਆ। ਕਹਿੰਦੀ ਮਰਗ ਵੀ ਲੋਕ ਉੱਚੇ ਉੱਚੇ ਰੌਲਾ ਪਾਉਣ ਲੱਗ ਗਈ। ਕਹਿੰਦੇ ਮੇਰੇ ਤਾਂ ਘਰ ਵਾਲੇ 'ਚ ਭੂਤ ਆ ਗਿਆ, ਇਹਦਾ ਦਿਮਾਗ ਹਿੱਲ ਗਿਆ, ਨਿਆਣੇ ਇਕੱਠੇ ਹੋ ਗਏ। ਕਹਿੰਦੀ ਸੰਗਲ ਲਾ ਲਓ ਇਹਨੂੰ। ਸੰਗਲ ਲਾ ਕੇ ਥੰਮਲੇ ਨਾਲ ਬੰਨਤਾ ਤੇ ਉਹਨੂੰ ਲਿਆ ਕੇ ਇੱਕ ਧੂਣੀ ਦੇਣ ਵਾਲਾ ਲਿਆਂਦਾ ਵੀ ਬੋਲ ਤੇਰੇ ਵਿੱਚ ਕੀ ਹੈ। ਉਹਦੇ ਬਾਲ ਫੜ ਲਏ। ਜੱਟ ਦਾ ਤਾਂ ਕਰਤਾ ਬੁਰਾ ਹਾਲ। ਉਧਰੋਂ ਕਬੀਰ ਸਾਹਿਬ ਆ ਗਏ, ਰੌਲਾ ਪੈ ਰਿਹਾ। ਉਹ ਦੂਰ ਤੋਂ ਹੱਥ ਬੰਨੀ ਜਾਂਦਾ ਵੀ ਛਡਾ ਲੈ ਕਬੀਰ ਸਾਹਿਬ ਮੈਨੂੰ ਆ ਕੇ। ਕਬੀਰ ਜੀ ਕੋਲ ਆਏ। ਕਹਿੰਦੇ ਠਹਿਰੋ ਠਹਿਰੋ ਠਹਿਰੋ, ਕੀ ਹੋ ਗਿਆ। ਕਹਿੰਦੇ ਜੀ ਦਿਮਾਗ ਹਿੱਲ ਗਿਆ। ਕੋਈ ਕਹਿੰਦਾ ਜੀ ਭੂਤ ਚਿੰਬੜਿਆ। ਕਬੀਰ ਸਾਹਿਬ ਕਹਿੰਦੇ ਨਾ ਇਹਨੂੰ ਭੂਤ ਚਿੰਬੜਿਆ ਨਾ ਇਹਦਾ ਦਿਮਾਗ ਹਿੱਲਿਆ, ਸੰਗਲ ਖੋਲ ਦੋ। ਕੀ ਹੋਇਆ। ਕਹਿੰਦੇ ਇਹਨੂੰ ਕਬੀਰ ਬਣਨ ਦਾ ਭੂਤ ਚਿੰਬੜਿਆ। ਇਹਨੇ ਇਹ ਤਾਂ ਦੇਖਿਆ ਨਹੀਂ ਵੀ ਮੇਰੇ ਘਰ ਵਾਲੀ ਕਹੀ ਜੀ ਆ ਤੇ ਕਬੀਰ ਦੇ ਘਰ ਵਾਲੀ ਕਹੀ ਜੀ, ਰੀਸ ਕਰਨੇ। ਇਸ ਕਰਕੇ ਕੂੜੀ ਕੂੜਾ ਠੀਸ, ਰੀਸਾਂ ਜਿਹੜੀਆਂ ਕਰਦੇ ਨੇ ਫਿਰ ਐਂ ਧੋਖਾ ਹੁੰਦਾ। ਕਬੀਰ ਮਹਾਂਪੁਰਖਾਂ ਨੇ ਇਹ ਸਾਖੀ ਉਹਦੇ ਤੇ ਲਾਈ ਹੈ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਤਾਂ ਹੀ ਫਿਰ ਕਬੀਰ ਸਾਹਿਬ ਦੀ ਇਸ ਇਹੋ ਜਿਹੀਆਂ ਗੱਲਾਂ ਤੇ ਹੰਸਾਂ ਨਾਲ ਟਟੀਰੀਏ ਕੋਈ ਪਹੁੰਚਿਆ ਦੌੜੀ। ਤਾਂ ਭਾਈ ਗੁਰਦਾਸ ਨੇ ਕਿਹਾ ਇਹ ਪੌੜੀ ਦੇ ਵਿੱਚ ਸੰਪਤ ਉਪਾਸਨਾ ਕਹੀ ਹੈ, ਸ਼ੁਭ ਇੱਛਾ ਜਿਹੜੀ ਸੀ ਜਿਹਦੇ ਕਥਾ ਸੁਣਨ ਵਾਸਤੇ ਮਨ ਲੱਗਦਾ ਹੈ। ਇਹ ਪਹਿਲੀ ਭੂਮਿਕਾ ਇਹਦੇ 'ਚ ਕਥਨ ਕੀਤੀ ਹੈ। ਤੇ ਇਹਦਾ ਮੁੱਖ ਭਾਵ ਜਿਹੜਾ ਹੈ, ਸਿਧਾਂਤ ਜਿਹੜਾ ਸੀ ਇਸ ਪੌੜੀ ਸਤਿਗੁਰੂ ਜੀ ਨੇ ਸ਼ੁਭ ਇੱਛਾ ਪਹਿਲੀ ਭੂਮਿਕਾ ਦਾ ਸਰਵਣ ਕਰਕੇ ਸੰਪਤ ਰੀਤੀ ਉਪਾਸਨਾ ਦਾ ਕਥਨ ਕੀਤਾ ਹੈ। ਇੱਕ ਜੀਵ ਤੋਂ ਲੱਖਾਂ ਜੀਵਾਂ ਹੋ ਜਾਣ, ਲੱਖਾਂ ਤੋਂ 20 ਲੱਖ ਹੋ ਜਾਵੇ,
ਇੱਕ ਇੱਕ ਜੀਵ ਦਿਨ ਲੱਖਾਂ ਵਾਰੀ ਵਾਹਿਗੁਰੂ ਦਾ ਜਾਪ ਕਰੀਏ, ਇਉਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਹ ਅਭਿਆਸ ਰੂਪੀ ਰਸਤਾ ਸਾਰਿਆਂ ਰਾਹਾਂ ਦਾ ਪਤੀ ਹੈ, ਸਭ ਰਾਹਾਂ ਦਾ ਸ਼੍ਰੋਮਣ ਹੈ, ਸਾਰਿਆਂ ਦਾ ਸ਼੍ਰੋਮਣ, ਸਾਰੇ ਸਾਧਨਾਂ ਦਾ ਪਤੀ ਜਿਹੜਾ ਬ੍ਰਹਮ ਗਿਆਨ ਹੈ, ਉਸ ਦੀ ਪ੍ਰਾਪਤੀ ਕਰਨ ਦੇ ਲਈ ਭੂਮਿਕਾ ਰੂਪ ਪੌੜੀਆਂ ਦੁਆਰਾ ਚੜ੍ਹੀਦਾ, ਫਿਰ ਇੱਕ ਬ੍ਰਹਮ ਦਾ ਰੂਪ ਹੋ ਜਾਈਦਾ। ਹੰਗਤਾ ਮਮਤਾ ਵਿਕਾਰ ਵਾਸ਼ਨਾ ਸਭ ਮਿਟ ਜਾਂਦੀਆਂ ਨੇ। ਜਿਹੜੇ ਕਮਾਈਆਂ ਤੋਂ ਬਿਨਾਂ ਹੀ ਆਪਣੇ ਆਪ ਨੂੰ ਰੱਬ ਮੰਨੀ ਬੈਠੇ, ਪ੍ਰੇਮਾ ਭਗਤੀ ਨਹੀਂ ਕਰਦੇ, ਸਿਮਰਨ ਭਜਨ ਨਹੀਂ ਕਰਦੇ, ਉਹ ਤਾਂ ਇਉਂ ਜਾਣੋ ਜਿਵੇਂ ਆਕਾਸ਼ ਦੇ ਵਿੱਚ ਉੱਡਦੇ ਪੰਛੀ, ਗਰੜ ਹੰਸ, ਅਨਲ ਪੰਛੀ ਦੀਆਂ ਉਡਾਰੀਆਂ ਸੁਣ ਕੇ ਭਾਦਰੋਂ ਦੇ ਮਹੀਨੇ ਕੀੜਿਆਂ ਨੂੰ ਵੀ ਉੱਡਣ ਦਾ ਰੀਸ ਆ ਜਾਂਦੀ ਹੈ, ਪਰ ਉਡਾਰੀਆਂ ਮਾਰਦੇ ਨੇ ਤੇ ਉਹਨਾਂ ਦੇ ਜਾਨਵਰ ਹੀ ਉਹਨਾਂ ਨੂੰ ਖਾ ਜਾਂਦੇ ਨੇ, ਖੰਭ ਟੁੱਟ ਜਾਂਦੇ ਨੇ। ਪਖੰਡੀ ਲੋਕ ਇਹਨਾਂ ਵਰਗੇ, ਉਹਨਾਂ ਦੇ ਵਿਧ ਨਖੇਦ ਰੂਪੀ ਖੰਭ, ਕਾਰਨ ਬੈਰਾਗ ਰੂਪੀ ਖੰਭ, ਬਾਸਨਾ ਰੂਪੀ ਹਵਾ ਚੱਲਣ ਦੇ ਟੁੱਟ ਜਾਂਦੇ ਨੇ। ਹੰਸਾਂ ਸੇਤੀ ਚਿੱਤ ਉਲਾਸੇ ਕੁੱਕੜ ਦੀ ਉਡਾਰੀ ਵਾਲੀ ਹਾਲ ਹੁੰਦੀ ਹੈ। ਹੰਸ ਤਤ ਬੇਤਿਆਂ ਦੀਆਂ ਰੀਸਾਂ ਕਰਦੇ ਨੇ, ਪਰ ਕੁੱਕੜ ਵਾਂਗ ਉਡਾਰੀ ਮਾਰ ਕੇ ਵਿਸ਼ਿਆਂ ਦੀ ਰੂੜੀ ਤੇ ਬੈਠਣ ਵਾਲੇ ਨੇ। ਸੁੱਤ ਬਿਤ ਬਾਸਨਾ ਰੂਪੀ ਕੰਧ ਤੇ, ਪਰਿਵਾਰ ਦੇ ਮੋਹ ਰੂਪੀ ਕੰਧ ਤੇ, ਜਾਂ ਫਿਰ ਸਵਰਗ ਰੂਪੀ ਕੋਠੇ ਤੇ ਪੁੰਨ ਕਰਮ ਕਰਕੇ ਜਾ ਬੈਠਦੇ ਨੇ। ਇਸ ਤੋਂ ਵੱਧ ਨਹੀਂ। ਫਿਰ ਮਾਇਆ ਦਾ ਮੋਹ ਰੂਪੀ ਪਾਣੀ, ਸੰਸਾਰ ਸਮੁੰਦਰ, ਬੈਰਾਗ ਵਿਵੇਕ ਰੂਪੀ ਖੰਭਾਂ ਦੇ ਨਾਲ ਉੱਡਣ ਵਾਲੇ, ਮਾਇਆ ਦੇ ਮੋਹ ਦਾ ਜੇ ਤਾਂ ਤਿਆਗ ਕਰ ਦਿੱਤਾ ਹੈ। ਇਹ ਮਾਇਆ ਦਾ ਮੋਹ ਹੈ ਜਿਹੜਾ ਪਾਣੀ ਆ, ਸੰਸਾਰ ਸਮੁੰਦਰ ਹੈ। ਬੈਰਾਗ ਵਿਵੇਕ ਰੂਪੀ ਖੰਭਾਂ ਦੇ ਨਾਲ ਉੱਡਣ ਵਾਲੇ, ਨਾਮ ਰੂਪੀ ਮੋਤੀ ਖਾਣ ਵਾਲੇ ਹੰਸ ਕੌਣ? ਤਤ ਵੇਤੇ, ਤਤ ਮਿਥਿਆ ਦਾ ਵਿਵੇਚਨ ਕਰਨ ਵਾਲੇ, ਤੇ ਗੁਰੂ ਦੀ ਕਿਰਪਾ ਨਾਲ ਨਦਰੀ ਪਰਮੇਸ਼ਰ ਨੂੰ ਪਾ ਲਈਦਾ। ਹੋਰ ਝੂਠਿਆਂ ਦੀਆਂ ਝੂਠੀਆਂ ਗੱਪਾਂ ਬ੍ਰਹਮ ਬੇਤੇ ਹੀ ਸੰਸਾਰ ਤੋਂ ਤਰਦੇ ਹੈ, ਉਹੀ ਤਾਰਦੇ ਨੇ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਪੌੜੀ ਦੇ 83 ਅੱਖਰਾਂ ਦੇ ਵਿੱਚ ਬ੍ਰਹਮ ਗਿਆਨ ਮਹਾਰਾਜ ਨੇ ਗੁੰਥਨ ਕੀਤਾ। ਜਿਸ ਪ੍ਰਕਾਰ ਸਤਿਗੁਰੂ 33ਵੀਂ ਪੌੜੀ ਦੇ ਵਿੱਚ ਅੱਗੇ ਕਿਰਪਾ ਕਰਨਗੇ, ਉਹ ਸਤਿਗੁਰੂ ਮਹਾਰਾਜ ਸਾਹਿਬ ਕੀ 32ਵੀਂ ਪੌੜੀ ਦੀ ਇੱਥੇ ਸਮਾਪਤੀ ਹੋ ਚੁੱਕੀ ਹੈ। ਭੁੱਲਾਂ ਚੁੱਕਾਂ ਜੀ ਸਤਿਗੁਰੂ ਸੱਚੇ ਪਾਤਸ਼ਾਹ ਖਿਮਾ ਕਰਨ। ਪੜ੍ਹਿਆ ਸੁਣਿਆ ਗਾਵਿਆ ਥਾਂ ਪਵੇ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।